ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ 25-25 ਕਰੋੜ ਸਾਡੇ ਮਗਰ ਚੱਕੀ ਫਿਰਦੇ ਆ। ਇੰਨੇ ਪੈਸੇ ਕਿੱਥੋਂ ਆ ਜਾਂਦੇ ਮੰਤਰੀ ਸਾਹਿਬ? ਇਹਨਾਂ ਦਾ ਗੁਜ਼ਾਰਾ ਹੀ ਨਹੀਂ ਹੈ ਬਿਨਾਂ ਬੀਜੇਪੀ ਤੋਂ। ਪੰਜਾਬ 'ਚ ਕਿਵੇਂ ਜਿੱਤ ਗਏ? ਦੇਖੋ ਪੰਜਾਬ 'ਚ ਲੋਕੀ ਅਕਾਲੀ ਆ ਜਾਣਗੇ, ਬੀਜੇਪੀ ਆ ਜਾਏਗੀ, ਕਾਂਗਰਸ ਆ ਜਾਏਗੀ ਜਾਂ ਆਪ ਆ ਜਾਏਗੀ। ਵਿਗਾੜ ਤਾਂ ਪੰਜਾਬ ਦਾ ਹੋ ਰਿਹਾ, ਪੰਜਾਬ ਦਾ ਸੱਤਿਆਨਾਸ਼ ਹੋ ਰਿਹਾ। ਪੰਜਾਬ ਉਦਯੋਗੀਕਰਨ ਦੇ ਵਿੱਚੋਂ ਪਛੜ ਕਿਉਂ ਰਿਹਾ? ਇਹ ਲਈ ਕਸੂਰਵਾਰ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਹੀ ਹਾਂ। ਤਾਲਾਬੰਦੀ ਹੋਣੀ ਹੈ, ਰੋਜ਼ ਸਟ੍ਰਾਈਕ ਹੋਣੀ ਹੈ, ਰੋਜ਼ ਧਰਨੇ ਲੱਗਣੇ ਆ ਵੀ ਇਹ ਵੱਡਾ ਸੇਠ ਹੈ ਜੀ, ਇਹਨੂੰ ਚੱਲਣ ਨਹੀਂ ਦੇਣਾ, ਫਿਰ ਇੰਡਸਟਰੀ ਰਹਿ ਨਹੀਂ ਸਕਦੀ। ਉਹਨਾਂ ਨੂੰ ਪੁੱਛਦੇ, ਉਹ ਕਹਿੰਦੇ ਜੀ ਅਸੀਂ ਕਿਹੜਾ ਖੁਸ਼ੀ ਨਾਲ ਘਰੋਂ ਬਾਹਰ ਆ ਕੇ ਦਰੀਆਂ ਵਿਛਾ ਕੇ ਬਹਿੰਦੇ ਆ ਵੀ ਅਸੀਂ ਤੰਗ ਆ। ਦੇਖੋ ਘੱਟ ਗਿਣਤੀਆਂ ਨੂੰ ਕਿਉਂ ਖਤਰਾ ਜੀ? ਜੇ ਖਤਰਾ ਹੋਵੇ ਤਾਂ 303 ਸੀਟਾਂ ਨਾਲ ਸਾਡੀਆਂ ਆਉਂਦੀਆਂ। ਤਾਕਤ ਪੂਰੀ ਭਾਰਤੀ ਜਨਤਾ ਪਾਰਟੀ ਨੇ 2024 ਦੇ ਲਈ ਲਾਈ ਹੋਈ ਹੈ ਜੀ। ਇਸ ਵੇਲੇ ਕਿੱਦਾਂ ਦੇ ਨਤੀਜੇ ਆਉਣ ਦੀ ਸੰਭਾਵਨਾ? 350 ਵੀ ਹੋ ਸਕਦੀਆਂ, 400 ਵੀ ਹੋ ਸਕਦੀ। ਗੈਂਗ ਦੀ ਭਰਤੀ ਹੋਣ ਲਈ ਇਸ਼ਤਿਹਾਰ ਦੇ ਰਹੇ ਹਨ। ਮੈਂ ਹੋਮ ਮਿਨਿਸਟਰ ਸਾਹਿਬ ਨੂੰ ਮਿਲਿਆ ਇਸ ਇਸ਼ੂ ਤੇ ਜੀ। ਮੈਂ ਉਹਨੂੰ ਪੁੱਛਿਆ, ਉਹ ਕਹਿੰਦੇ ਜੀ ਬਿਲਕੁਲ ਅਸੀਂ ਕਰਨਾ, ਕੋਈ ਨਹੀਂ, ਯੂਨੀਵਰਸਿਟੀ ਚੱਲੇ, ਸਾਨੂੰ ਕੀ ਪ੍ਰੋਬਲਮ ਹੈ। ਜਿਹੜਾ ਪੁਰਾਣਾ ਬੀਜੇਪੀ ਦਾ ਵਰਕਰ ਆ, ਮੰਨ ਲਓ ਕਿ ਇੱਕ ਹਲਕੇ ਤੋਂ ਇੱਕ ਬੀਜੇਪੀ ਦੇ ਵਰਕਰ ਨੂੰ 30 ਸਾਲ ਹੋ ਗਏ, ਉਹ ਚਪਲਾਂ ਘਸਾਉਂਦਾ, ਦਰੀਆਂ ਝਾੜਦਾ, ਪ੍ਰਚਾਰ ਕਰਦਾ, ਪੈਂਫਲੇਟ ਵੰਡਦਾ, ਉਹਨੂੰ ਭਰੋਸੇ ਦੇ ਵਿੱਚ ਲੈ ਕੇ ਸਾਰਾ ਕੁਝ ਕੀਤਾ ਜਾ ਰਿਹਾ। ਉਹ ਕਿਤੇ ਇਗਨੋਰ ਤਾਂ ਨਹੀਂ ਫੀਲ ਕਰੂਗਾ ਕਿ ਭਾਈ ਦੂਸਰੀਆਂ ਪਾਰਟੀਆਂ ਦਾ ਸਾਰਾ ਸਮਾਨ ਲਿਆ ਕੇ ਸ਼ੋਰੂਮ 'ਚ ਰੱਖ ਦਿੱਤਾ? ਇਹ ਨਹੀਂ ਵੀ ਆਪਾਂ ਸੱਤਾ ਲਈ ਸਾਰਾ ਕੁਝ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਜਦੋਂ ਪੰਜਾਬ ਸੂਬੇ ਦਾ ਜ਼ਿਕਰ ਆਉਂਦਾ ਤੇ ਉਹਦੇ ਨਾਲ ਇੱਕ ਚਿੰਤਾ ਹੁੰਦੀ ਹੈ, ਕਿਉਂਕਿ ਪੰਜਾਬ ਸੂਬਾ ਖੇਤੀਬਾੜੀ ਪ੍ਰਧਾਨ ਹੈ ਤੇ ਖੇਤੀਬਾੜੀ ਦੇ ਵਿੱਚ ਅੱਜਕੱਲ੍ਹ ਬਹੁਤ ਸਾਰੀਆਂ ਮੁਸ਼ਕਲਾਂ ਨੇ, ਕਿਉਂਕਿ ਖੇਤੀਬਾੜੀ ਦੇ ਵਿੱਚ ਮਸ਼ੀਨਰੀ ਆਉਣ ਦੇ ਨਾਲ ਬਹੁਤ ਸਾਰੇ ਲੋਕ ਵਿਹਲੇ ਹੋ ਗਏ। ਵਿਹਲੇ ਹੋਣ ਤੋਂ ਭਾਵ ਕਿ ਉਹਨਾਂ ਨੂੰ ਕੋਈ ਐਕਸਟਰਾ ਨਾਲ ਹੋਰ ਕੰਮ ਚਾਹੀਦਾ। ਤੇ ਜਦੋਂ ਭਾਰਤ ਦਾ ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਦੇਖਦੇ ਹਾਂ ਤਾਂ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਸੀ। 5 ਸਾਲਾਂ ਯੋਜਨਾਵਾਂ ਸ਼ੁਰੂ ਹੁੰਦੀਆਂ। ਕਿਸੇ ਯੋਜਨਾ ਨੂੰ ਪੜ੍ਹੀਏ ਤਾਂ ਕਹਿੰਦੇ ਜੀ ਖੇਤੀਬਾੜੀ ਤੇ ਬਹੁਤ ਜ਼ੋਰ ਦਿੱਤਾ। ਅਗਲੀ 5 ਸਾਲਾਂ ਯੋਜਨਾ ਦੀ ਗੱਲ ਕਰਦੀ, ਉਦਯੋਗੀਕਰਨ ਤੇ ਜ਼ੋਰ ਦਿੱਤਾ। ਫਿਰ ਕੋਈ ਨਾ ਕੋਈ ਯੋਜਨਾ ਹੁੰਦੀ ਸੀ ਖੇਤੀ ਤੇ ਉਦਯੋਗਾਂ ਤੇ ਸਾਂਝਾ ਜ਼ੋਰ ਦਿੱਤਾ। ਪੰਜਾਬ ਨੂੰ ਇੰਡਸਟਰੀ ਦੀ ਲੋੜ ਹੈ, ਉਦਯੋਗਾਂ ਦੀ ਲੋੜ ਹੈ, ਕਿਉਂਕਿ ਖੇਤੀਬਾੜੀ ਦੇ ਉੱਤੇ ਜਿਹੜਾ ਜਨਸੰਖਿਆ ਦਾ ਬੋਝ ਹੈ ਉਹਨੂੰ ਥੋੜ੍ਹਾ ਜਿਹਾ ਘਟਾਇਆ ਜਾ ਸਕੇ, ਸਾਨੂੰ ਕੁਝ ਹੋਰ ਜਿਹੜੇ ਹੈ ਉਹ ਸਾਧਨ ਮਿਲ ਸਕਣ ਆਮਦਨ ਦੇ। ਤੇ ਅੱਜ ਭਾਰਤ ਸਰਕਾਰ ਦੇ ਵਿੱਚ ਕਾਮਰਸ ਐਂਡ ਇੰਡਸਟਰੀ ਡਿਪਾਰਟਮੈਂਟ ਦੇ ਮਿਨਿਸਟਰ ਆਫ ਸਟੇਟ ਸੋਮ ਪ੍ਰਕਾਸ਼ ਜੀ ਸਾਡੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਭਾਈ ਪੰਜਾਬ ਸੂਬੇ ਤੋਂ ਨੇ, ਪੰਜਾਬ ਸੂਬੇ ਤੋਂ MP ਨੇ, MLA ਰਹੇ ਨੇ, ਕਿ ਕਹਾਣੀ ਕਿੱਧਰ ਨੂੰ ਜਾ ਰਹੀ ਹੈ। ਮੰਤਰੀ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਮੰਤਰੀ ਸਾਹਿਬ, ਤੁਸੀਂ ਫਗਵਾੜੇ ਤੋਂ MLA ਰਹੇ, ਉਹਦੇ ਤੋਂ ਬਾਅਦ ਹੁਸ਼ਿਆਰਪੁਰ ਤੋਂ MP ਬਣੇ। ਮੈਂ ਜਦੋਂ ਸਾਰਾ ਪ੍ਰੋਫਾਈਲ ਪੜ੍ਹਦਾ ਸੀ, ਟੈਕਸੇਸ਼ਨ, ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ, 3 ਜ਼ਿਲ੍ਹਿਆਂ ਦੇ DC ਰਹੇ। ਤੇ ਸਭ ਤੋਂ ਵੱਡੀ ਮੇਰੀ ਜਗਿਆਸਾ ਪਤਾ ਕਿਸ ਗੱਲ ਸੀ ਜੀ? ਕਿ ਪਲੈਨਿੰਗ ਡਿਪਾਰਟਮੈਂਟ ਦੇ ਵਿੱਚ ਰਿਸਰਚ ਆਫਿਸਰ ਦੇ ਤੌਰ ਦੇ ਉੱਤੇ ਤੁਸੀਂ ਕੰਮ ਸ਼ੁਰੂ ਕੀਤਾ ਤੇ ਇਕਨੋਮਿਕਸ ਦੀ MA ਆ, ਤੇ ਜਗਿਆਸਾ ਹੋਰ ਵੱਧ ਗਈ। ਪੰਜਾਬ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਮੈਂ ਮੰਤਰੀ ਸਾਹਿਬ ਇੱਕ ਚੀਜ਼ ਜ਼ਰੂਰ ਪੁੱਛਣੀ ਹੈ ਕਿ ਸਾਨੂੰ ਪੰਜਾਬ 'ਚ ਲੱਗਦਾ ਹੁੰਦਾ ਕਿ ਜੇ ਕਿਤੇ ਇੰਡਸਟਰੀ ਆ ਜਾਏ, ਸਾਡੇ ਜਿਹੜੇ ਧੀਆਂ ਪੁੱਤ ਨੇ, ਭੈਣਾਂ ਭਰਾ ਨੇ, ਜਿਹੜੇ ਪੜ੍ਹ ਲਿਖ ਜਾਂਦੇ ਆ, ਡਿਗਰੀਆਂ ਕਰਦੇ ਆ, ਹੋਰਨਾਂ ਸੂਬਿਆਂ 'ਚ ਨੌਕਰੀ ਕਰਨੀ ਪੈਂਦੀ ਹੈ ਜਾਂ ਵਿਦੇਸ਼ ਜਾਣਾ ਪੈਂਦਾ। ਤੁਸੀਂ ਮੰਤਰੀ ਹੋ ਸੰਬੰਧਿਤ ਡਿਪਾਰਟਮੈਂਟ ਦੇ, ਪੰਜਾਬ ਉਦਯੋਗੀਕਰਨ ਦੇ ਵਿੱਚੋਂ ਪਛੜ ਕਿਉਂ ਰਿਹਾ? ਸੂਬਾ ਸਰਕਾਰ ਵੱਲੋਂ ਕੋ ਘਾਟ ਹੈ, ਕੇਂਦਰ ਸਰਕਾਰ ਵੱਲੋਂ ਕੋ ਘਾਟ ਹੈ, ਜਾਣੀ ਕਹਾਣੀ ਕਿੱਥੇ ਖਲੋਤੀ ਹੈ ਜੀ? ਦੇਖੋ, ਇੰਡਸਟਰੀ ਜਿਹੜਾ ਇਹ ਫੈਡਰਲ ਸਟਰਕਚਰ ਹੈ, ਫੈਡਰਲ ਢਾਂਚਾ ਹੈ। ਇੰਡਸਟਰੀ ਸਟੇਟ ਦੇਸ਼ ਸੇ ਆਈ ਹੈ ਜੀ। ਇੰਡਸਟਰੀ ਨੂੰ ਇਸਟੈਬਲਿਸ਼ ਕਰਨਾ ਸਟੇਟ ਦੀ ਜ਼ਿੰਮੇਵਾਰੀ ਹੈ। ਭਾਰਤ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਐਸਾ ਮਾਹੌਲ ਕ੍ਰੀਏਟ ਕਰੀਏ ਜਿੱਥੇ ਇੰਡਸਟਰੀ ਲੱਗ ਸਕੇ, ਸਾਰੇ ਸੂਬਿਆਂ 'ਚ ਇੰਡਸਟਰੀ ਲੱਗੇ। ਇਹਦੇ ਲਈ ਬਹੁਤ ਸਾਰੇ ਸਟੈਪਸ ਲਏ ਨੇ। ਜੇ ਈਜ਼ ਆਫ ਡੂਇੰਗ ਬਿਜ਼ਨਸ ਇਹਨੂੰ ਕਹਿੰਦੇ ਆ, ਵੀ ਜਿੱਥੇ ਕੋਈ ਇੰਡਸਟਰੀ ਲਾਉਣ ਨੂੰ ਦਿਲ ਕਰੇ ਕਿਸੇ ਦਾ। ਇੰਡਸਟਰੀ ਉਸੇ ਸੂਬੇ 'ਚ ਲੱਗਦੀ ਹੈ ਜਿੱਥੇ ਜਿਹੜਾ ਇਨਵੈਸਟਰ ਹੈ ਉਹਨੂੰ ਸੌਖਾ ਮਹਿਸੂਸ ਹੁੰਦਾ, ਜਿੱਥੇ ਜਿਹੜੀ ਅਪਰੂਵਲ ਜਲਦੀ ਹੋ ਜਾਂਦੀਆਂ, ਜਿੱਥੇ ਉਹਨੂੰ ਪਤਾ ਕੋਈ ਐਜੀਟੇਸ਼ਨ ਨਹੀਂ ਹੋਣੀ, ਜਿੱਥੇ ਉਹਨੂੰ ਪਤਾ ਸਾਡਾ ਅਸੀਂ ਸੇਫ ਹੈ, ਸਾਡੇ ਅਗੇਂਸਟ ਕੋਈ ਧਰਨੇ ਨਹੀਂ ਲੱਗਣਗੇ। ਅਨਫੋਰਚੂਨੇਟਲੀ ਪੰਜਾਬ ਦੇ ਕਈ ਸਾਲਾਂ ਤੋਂ ਮਾਹੌਲ ਬਹੁਤਾ ਵਧੀਆ ਨਹੀਂ ਹੈ।
ਔਰ ਪਿੱਛੇ ਕਿਸਾਨ ਐਜੀਟੇਸ਼ਨ ਕਰਕੇ ਵੀ ਬਹੁਤ ਵੱਡਾ ਨੁਕਸਾਨ ਹੋਇਆ। ਹੁਣ ਵੀ ਧਰਨਾ ਅਗਾਏ ਬਗਾਏ ਲੱਗਦਾ ਰਹਿੰਦਾ ਹੈ। ਇਸ ਕਰਕੇ ਪ੍ਰਾਈਵੇਟ ਇਨਵੈਸਟਰ ਬਹੁਤਾ ਪੰਜਾਬ ਵੱਲ ਆਉਣ ਨੂੰ ਮੂੰਹ ਨਹੀਂ ਕਰਦੇ ਹੈ। ਇਹ ਲਈ ਕਸੂਰਵਾਰ ਤਾਂ ਅਸੀਂ ਸਾਰੇ ਪੰਜਾਬ ਦੇ ਲੋਕ ਹੀ ਹਾਂ। ਪੰਜਾਬ ਦੇ ਲੋਕਾਂ ਦੀ ਅਸੀਂ ਮਾਹੌਲ ਅਸੀਂ ਕ੍ਰੀਏਟ ਕਰਨਾ, ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵੀ ਅਸੀਂ ਹਾਂ। ਜੇ ਫੇਲ ਕਰਨਾ ਪੰਜਾਬ ਨੂੰ, ਉਹ ਵੀ ਸਾਡੇ ਨਾਲ ਹੀ ਨਾ ਹੀ ਲੱਗਣਾ। ਕਿਉਂਕਿ ਅਸੀਂ ਅੱਜ ਦੇ ਜਿਹੜੇ ਲੋਕ ਹੈ, ਚਾਹੇ ਹਾਕਮ ਨੇ, ਚਾਹੇ ਇੰਡਸਟਰੀਅਲਿਸਟ ਹੈ, ਚਾਹੇ ਕੋਈ ਐਜੀਟੇਸ਼ਨ ਕਰਨ ਵਾਲੇ ਨੇ, ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਦੇਖੋ, ਐਜੀਟੇਸ਼ਨ ਕਰਨਾ ਸਾਰਿਆਂ ਦਾ ਹੱਕ ਹੈ, ਡੈਮੋਕ੍ਰੇਸੀ 'ਚ ਬਣਦਾ ਹੈ। ਲੇਕਿਨ ਅਸੀਂ ਪੰਜਾਬ ਦੀ ਤਰੱਕੀ ਨੂੰ ਰੋਕ ਲਈਏ, ਸਾਡੇ ਕਿਸੇ ਐਕਸ਼ਨ ਕਰਕੇ ਪੰਜਾਬ ਹੀ ਰੁਕ ਜਾਏ, ਪਿੱਛੇ ਰਹਿ ਜਾਏ, ਹੋਰ ਸੂਬੇ ਬਹੁਤ ਅੱਗੇ ਚਲੇ ਜਾਣ। ਦੇਖੋ, ਪੰਜਾਬ 'ਚ ਤਰੱਕੀ ਇੰਡਸਟਰੀ ਦੀ ਬਹੁਤੀ ਨਹੀਂ ਹੋਈ, ਇਹ ਫੈਕਟ ਹੈ, ਸਾਰੇ ਜਾਣੇ ਜਾਣਦੇ ਆ। ਔਰ ਗੁਜਰਾਤ ਬਹੁਤ ਅੱਗੇ ਜਾ ਰਿਹਾ, ਯੂਪੀ ਅੱਗੇ ਜਾ ਰਿਹਾ, ਬਿਹਾਰ 'ਚ ਇਨਵੈਸਟਮੈਂਟ ਹੋ ਰਹੀ ਹੈ, ਉੜੀਸਾ 'ਚ ਇਨਵੈਸਟਮੈਂਟ ਹੋ ਰਹੀ ਹੈ, ਕਰਨਾਟਕਾ 'ਚ ਇਨਵੈਸਟਮੈਂਟ ਹੋ ਰਹੀ ਹੈ। ਉੱਥੇ ਮਾਹੌਲ ਵਧੀਆ ਹੈ। ਜਦ ਤੱਕ ਮਾਹੌਲ ਸਾਰੀ ਅਸੀਂ ਨਹੀਂ ਕਰਦੇ, ਦੇਖੋ ਅਸੀਂ ਆਪਣੇ ਵੱਲੋਂ ਬੜਾ ਕੋਸ਼ਿਸ਼ ਕੀਤੀ ਹੈ, ਸਟੇਟਾਂ ਦੀ ਗ੍ਰੇਡਿੰਗ ਵੀ ਕਰਦੇ ਹਾਂ, ਕਿਹੜੀ ਸਟੇਟ 'ਚ ਇਨਵੈਸਟਮੈਂਟ ਕਰਨ ਲਈ ਅੱਛਾ ਹੈ। ਨੈੱਟ 'ਤੇ ਸਾਰਾ ਕੁਝ ਤੁਹਾਨੂੰ ਅਵੇਲੇਬਲ ਹੈ। ਉਹਦੇ ਵਿੱਚ ਜਿੱਥੇ ਅਸੀਂ ਇੱਕ ਸੈਂਟਰਲ ਜਿਹੜਾ ਔਨਲਾਈਨ ਸਿਸਟਮ ਸ਼ੁਰੂ ਕੀਤਾ, ਐਪਲੀਕੇਸ਼ਨ ਦਿਓ, ਕਿਸੇ ਨੂੰ ਧੱਕੇ ਨਾ ਖਾਣੇ ਪੈਣ, ਕਿਸੇ ਵੱਖ-ਵੱਖ ਮਹਿਕਮਿਆਂ ਜਾ ਕੇ ਇੱਕ ਜਗ੍ਹਾ ਅਪਲਾਈ ਕਰ ਦਿਓ, ਉੱਥੇ ਅਸੀਂ ਅਪਲਾਈ ਕਰਕੇ ਸਾਰੀਆਂ ਅਪਰੂਵਲ ਮਿਲ ਜਾਣ। ਜਿਹੜਾ ਤਾਂ ਸੂਬਾ ਅਪਰੂਵਲ ਜਲਦੀ ਦੇ ਦਿੰਦਾ, ਉੱਥੇ ਇੰਡਸਟਰੀਅਲਿਸਟ ਦਾ ਵੀ, ਇਨਵੈਸਟਰ ਦਾ ਦਿਲ ਕਰਦਾ ਉੱਥੇ ਜਾ ਕੇ ਕੰਮ ਕਰਨ। ਜਿਹੜਾ ਖੱਜਲ ਖਰਾਬ ਹੋਏਗਾ ਉਹ ਨਹੀਂ ਉੱਥੇ ਇਨਵੈਸਟਮੈਂਟ ਹੋਏਗੀ। ਪੰਜਾਬ ਦਾ ਮਾਹੌਲ ਅਨਫੋਰਚੂਨੇਟਲੀ ਬਹੁਤਾ ਅੱਛਾ ਨਹੀਂ ਹੋਇਆ, ਪਰ ਸਟਿਲ ਭਾਰਤ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਸ਼ੁਰੂ ਹੁੰਦੀਆਂ ਉਹਦੇ ਵਿੱਚ ਪੰਜਾਬ ਨੂੰ ਪਹਿਲ ਦਈਏ। ਇੱਕ ਅੰਮ੍ਰਿਤਸਰ ਤੋਂ ਕੈਲਕਟਾ ਇੰਡਸਟਰੀਅਲ ਕੋਰੀਡੋਰ ਬਣ ਰਿਹਾ ਹੈ, ਉਹਦੇ ਵਿੱਚ ਅਸੀਂ ਪੰਜਾਬ ਦਾ, ਮੈਂ ਜਦੋਂ MP ਬਣਿਆ ਪਹਿਲੀ ਵਾਰ ਸਹੁੰ ਚੁੱਕੀ ਐਜ਼ ਮਿਨਿਸਟਰ, ਮੈਂ ਕਿਹਾ ਪੰਜਾਬ ਦਾ ਕੀ ਕਰ ਸਕਦੇ ਹਾਂ। ਉਹਦੇ ਵਿੱਚ ਉਹਦੇ ਜਿਹੜਾ ਇੰਡਸਟਰੀਅਲ ਕੋਰੀਡੋਰ ਹੈ, ਉੱਤੇ ਅਸੀਂ ਇੱਕ ਨੋਡ ਸਿਲੈਕਟ ਕੀਤਾ ਸੀ ਵੀ ਇਹਦੇ ਲਈ ਪੰਜਾਬ ਵਿੱਚ ਕੋਈ ਇੰਡਸਟਰੀ ਲਾਈ ਜਾਵੇ। ਮੈਂ ਜਦ ਤੋਂ ਘੰਟੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀਆਂ ਲਿਖਦੇ ਰਹੇ, ਪ੍ਰੂਵ ਵੀ ਕਰਦੇ ਰਹੇ ਵੀ ਇੱਥੇ ਕੋਈ ਸਾਨੂੰ ਜਗ੍ਹਾ ਦੱਸੋ ਜਿੱਥੇ ਇੰਡਸਟਰੀ ਲੱਗੇ। ਹੁਣ ਰਾਜਪੁਰੇ ਕੋਈ ਜਗ੍ਹਾ 1100 ਏਕੜ ਹੁਣ ਸਿਲੈਕਟ ਕੀਤੀ ਹੈ, ਉੱਤੇ ਬੜੀ ਤੇਜ਼ੀ ਨਾਲ ਕੰਮ ਹੋ ਰਿਹਾ। ਮੇਰੇ ਖਿਆਲ ਕੈਬਨਿਟ 'ਚ ਜਲਦੀ ਭਾਰਤ ਸਰਕਾਰ ਦੇ ਜਾਣ ਵਾਲਾ, ਉਹ ਸਾਰਾ ਉਹਨੂੰ ਡਿਵੈਲਪ ਭਾਰਤ ਸਰਕਾਰ ਨੇ ਕਰਨਾ, ਔਰ ਉੱਤੇ ਇੰਡਸਟਰੀ ਬਹੁਤ ਸਾਰੀ ਲੱਗੇਗੀ। ਇਹੀ ਇੱਕ ਸਿਲਵਰ ਲਾਈਨ ਲੱਗਦੀ ਹੈ। ਬਾਕੀ ਇੰਡਸਟਰੀ ਦਾ ਸਾਰੀ ਜਿਹੜੀ ਟ੍ਰੈਡੀਸ਼ਨਲ ਉਹ ਤਾਂ ਇੱਥੇ ਲੱਗੀ ਹੋਈ ਹੈ। ਸਾਈਕਲ ਇੰਡਸਟਰੀ ਵੀ ਇੰਡੀਆ ਦੀ ਸਭ ਤੋਂ ਵੱਡੀ ਹੈ, ਵਰਲਡ 'ਚ ਦੂਜੇ ਨੰਬਰ 'ਤੇ ਹੈ ਸਾਈਕਲ ਇੰਡਸਟਰੀ। ਹੌਜ਼ਰੀ ਦਾ ਬਹੁਤ ਵੱਡਾ ਕੰਮ ਹੈ। ਇਹ ਇੰਡਸਟਰੀ ਨੂੰ ਇੱਥੇ ਕਾਇਮ ਰਹੇ, ਇਹ ਮਾਹੌਲ ਸਾਨੂੰ ਅਸੀਂ ਬਣਾ ਕੇ ਰੱਖਣਾ, ਇਹ ਤੋਂ ਭੱਜਣ ਨਾ ਜੀ। ਜੇ ਰੋਜ਼ ਤਾਲਾਬੰਦੀ ਹੋਣੀ ਹੈ, ਰੋਜ਼ ਸਟ੍ਰਾਈਕ ਹੋਣੀ ਹੈ, ਰੋਜ਼ ਧਰਨੇ ਲੱਗਣੇ ਆ ਵੀ ਇਹ ਵੱਡਾ ਸੇਠ ਹੈ ਜੀ, ਇਹਨੂੰ ਚੱਲਣ ਨਹੀਂ ਦੇਣਾ, ਫਿਰ ਇੰਡਸਟਰੀ ਰਹਿ ਨਹੀਂ ਸਕਦੀ ਜੀ। ਮੰਤਰੀ ਸਾਹਿਬ, ਤੁਹਾਡੀ ਗੱਲ ਬਿਲਕੁਲ ਇੱਕ ਇੰਡਸਟਰੀਅਲਿਸਟ ਦੇ ਪੁਆਇੰਟ ਆਫ ਵਿਊ ਤੋਂ ਸਮਝ ਆਉਂਦੀ ਹੈ ਕਿ ਉਹ ਚਾਹੁੰਦਾ ਹੈ ਕਿ ਮੈਂ ਆਣ ਕੇ ਕੰਧਾਂ ਖੜੀਆਂ ਕਰਨਾ, ਮਸ਼ੀਨਾਂ ਰੱਖਣੀਆਂ, ਸਮਾਨ ਬਣਾਉਣਾ ਤੇ ਮੇਰੇ ਟਰੱਕ ਲੰਘਦੇ ਰਹਿਣ, ਕਿ ਉੱਥੇ ਮੂਹਰੇ ਆ ਕੇ ਜੇ ਬੰਦੇ ਬਹਿੰਦੇ ਉਹਨੂੰ ਔਖ ਹੈ। ਪਰ ਜਦੋਂ ਐਜੀਟੇਸ਼ਨ ਕਰਨ ਵਾਲਿਆਂ ਨੂੰ ਪੁੱਛਦੇ ਆ, ਚਾਹੇ ਉਹ ਮਜ਼ਦੂਰ ਨੇ, ਕਿਸਾਨ ਨੇ, ਕੋਈ ਵੀ ਬੰਦੇ ਆ, ਚਾਹੇ ਬੇਰੁਜ਼ਗਾਰੀ ਨੇ, ਉਹਨਾਂ ਨੂੰ ਪੁੱਛਦੇ, ਉਹ ਕਹਿੰਦੇ ਜੀ ਅਸੀਂ ਕਿਹੜਾ ਖੁਸ਼ੀ ਨਾਲ ਘਰੋਂ ਬਾਹਰ ਆ ਕੇ ਦਰੀਆਂ ਵਿਛਾ ਕੇ ਬਹਿੰਦੇ ਆ ਵੀ ਅਸੀਂ ਤੰਗ ਆ। ਜਦੋਂ ਕਿਸਾਨਾਂ ਨੂੰ ਪੁੱਛਦੇ ਆ, ਉਹ ਕਹਿੰਦੇ ਜੀ ਤੁਸੀਂ ਇਹ ਦੇਖੋ ਕਿ ਸਾਡੇ ਕਿਹੜਾ ਘਰਾਂ 'ਚ ਢੋਲ ਵੱਜਦੇ ਆ, ਅਸੀਂ ਤਾਂ ਸੁਸਾਈਡ ਕਰਨ ਡਿਆ ਵੀ ਸਾਡੀ ਮੁਸ਼ਕਲ ਬਹੁਤ ਹੈ, ਸਾਡੀ ਮੁਸ਼ਕਲ ਦੂਰ ਕਰ ਦਿੰਦੇ। ਦੇਖੋ, ਉਹ ਗੱਲ ਠੀਕ ਹੈ। ਖੇਤੀਬਾੜੀ ਦੇ ਭਾਰਤ ਸਰਕਾਰ ਦੀ ਵੀ ਕੋਸ਼ਿਸ਼ ਹੈ ਕਿ ਇਹਦੀ ਇਨਕਮ ਵਧੇ, ਦੁੱਗਣੀ ਕਰਨ ਦੀ ਅਸੀਂ ਗੱਲ ਕਰਦੇ ਹਾਂ। ਔਰ ਜੇ ਖੇਤੀਬਾੜੀ 'ਚ ਕੋਈ ਪ੍ਰੋਬਲਮ ਹੈ, ਉਹਦੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਰਿਆਂ ਨੂੰ। ਪੋਜ਼ੀਟਿਵ ਅਪਰੋਚ ਰੱਖੀ। ਜੇ ਅਸੀਂ ਸਾਰਾ ਕੁਝ ਬੰਦ ਹੀ ਕਰ ਲੈਣਾ, ਜੇ ਖੇਤੀ ਨਹੀਂ ਚੱਲਣੀ, ਫਿਰ ਇੰਡਸਟਰੀ ਵੀ ਨਹੀਂ ਚੱਲਣ ਦੇਣੀ ਅਤੇ ਲੋਕਾਂ ਨੂੰ ਵੀ ਨਹੀਂ ਚੱਲਣ ਦੇਣਾ, ਇਨਵੈਸਟਮੈਂਟ ਵੀ ਨਹੀਂ ਹੋਣ ਦੇਣੀ। ਇਹ ਤਾਂ ਅਸੀਂ ਪੰਜਾਬ ਨੂੰ ਬਹੁਤ ਪਿੱਛੇ ਲੈ ਜਾਵਾਂਗੇ। ਔਰ ਇੱਕ ਬਹੁਤ ਵਧੀਆ ਅਪਰੋਚ ਨਹੀਂ ਹੈ। ਇਸ ਗੱਲ ਨਾਲ ਤਕਲੀਫ ਹੁੰਦੀ ਹੈ ਜਦੋਂ ਪੰਜਾਬ ਪਿਛੜ ਰਿਹਾ ਹੁੰਦਾ, ਦੂਜੇ ਸੂਬੇ ਤਰੱਕੀ ਕਰ ਰਹੇ ਜੀ। ਔਰ ਪੰਜਾਬ 'ਚੋਂ ਹੁਣ ਹੋ ਕੀ ਰਿਹਾ, ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਲੋਕ ਬਾਹਰ ਨੂੰ ਭੱਜ ਰਹੇ ਆ। ਇੱਥੇ ਨਸ਼ਾ ਘਰ ਘਰ 'ਚ ਵਿਕਦਾ, ਸਾਨੂੰ ਦੇਖਦੇ ਹਾਂ ਰੋਜ਼ ਖਬਰਾਂ ਦੀਆਂ। ਈਵਨ ਹੁਣ ਤਾਂ ਲੜਕੀਆਂ ਦਾ ਵੀ ਦਿਖਾਉਣ ਲੱਗਾ TV 'ਤੇ, ਲੜਕੀ ਨੇ ਨਸ਼ਾ ਕਰਦੀ ਹੈ, ਜਾਂ ਕੋਈ ਵਿਆਹੀ ਹੋਈ ਲੜਕੀ ਉਹ ਨਸ਼ਾ ਕਰਦੀ ਦਿਖਾਉਂਦੇ TV 'ਤੇ। ਇਹ ਕੋਈ ਬਹੁਤ ਅੱਛਾ ਟਰੈਂਡ ਨਹੀਂ ਹੈ, ਜਾਂ ਫਿਰ ਬੰਦਾ ਗਲਤ ਪਾਸੇ ਲੱਗ ਜਾਏਗਾ। ਪੰਜਾਬ ਜਾ ਕਿੱਧਰ ਰਿਹਾ। ਔਰ ਦੂਜੇ ਸੂਬਿਆਂ ਨੂੰ ਕੰਪੈਰੀਜ਼ਨ ਕਰਕੇ ਦੇਖੋ, ਤੁਸੀਂ ਜਾ ਕੇ ਹੈਦਰਾਬਾਦ ਦੇਖੋ, ਤੁਸੀਂ ਬੰਗਲੌਰ ਦੇਖੋ, ਜਿਹੜੇ ਅਮਰੀਕਾ 'ਚ ਪੜ੍ਹਦੇ ਉੱਥੇ ਨੌਕਰੀ ਕਰਦੇ, ਉੱਥੇ ਆ ਕੇ ਦੁਬਾਰਾ ਸ਼ਿਫਟ ਕੀਤਾ, ਉੱਥੇ ਆ ਕੇ ਸੈਂਕੜੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਉਹ ਅਮਰੀਕਾ 'ਚ ਕੰਮ ਕਰਦੇ ਕਰਦੇ ਆ ਕੇ ਹੈਦਰਾਬਾਦ ਕੰਮ ਕਰਦੇ ਆ, ਬੰਗਲੌਰ 'ਚ ਕੰਮ ਕਰਦੇ ਆ, ਕਿਉਂਕਿ ਉੱਥੇ ਮਾਹੌਲ ਬਹੁਤ ਅੱਛਾ ਹੈ ਜੀ। ਪੰਜਾਬ 'ਚੋਂ ਲੋਕ ਭੱਜ ਰਹੇ ਆ, ਦੂਜੇ ਸੂਬਿਆਂ 'ਚ ਆ ਰਹੇ ਆ।
ਇੱਕੋ ਦੇਸ਼ ਆ। ਇੱਕੋ ਦੇਸ਼ ਹੈ। ਮੰਤਰੀ ਸਾਹਿਬ, ਮੈਨੂੰ ਇੱਕ ਚੀਜ਼ ਜ਼ਰੂਰ ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਅੱਜ 7 ਮਹੀਨੇ ਹੋ ਗਏ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਨੂੰ। ਉਹਦੇ ਤੋਂ ਪਹਿਲਾਂ 5 ਸਾਲ ਕਾਂਗਰਸ ਵਾਲੇ ਰਹੇ, ਉਹਦੇ ਤੋਂ ਪਹਿਲਾਂ 10 ਸਾਲ ਤੁਹਾਡੀ ਅਕਾਲੀ ਦਲ ਨਾਲ ਸਾਂਝੀ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਦੀ। ਅਸੀਂ ਲੋਕਾਂ ਦੇ ਵਿੱਚ ਤਾਂ ਕਸੂਰ ਕੱਢ ਸਕਦੇ ਹਾਂ ਕਿ ਭਾਈ ਲੋਕਾਂ ਸਾਡਾ ਸਾਰਿਆਂ ਦਾ ਸਾਂਝਾ ਕਸੂਰ ਹੈ, ਪਰ ਕੀ ਕੋਈ ਵੀ ਪੋਲੀਟੀਕਲ ਪਾਰਟੀ ਸੱਤਾ ਦੇ ਵਿੱਚ ਰਹਿ ਕੇ ਪੰਜਾਬ ਨੂੰ ਸਹੀ ਦਿਸ਼ਾ ਨਹੀਂ ਦੇ ਸਕੀ ਕਿ ਅਸੀਂ ਇੰਡਸਟਰੀ ਲਈ ਮਾਹੌਲ ਤਿਆਰ ਕਰ ਸਕੀਏ? ਦੇਖੋ, ਜਿਹੜੀ ਹੁਣ ਸਰਕਾਰ ਚੱਲ ਰਹੀ ਹੈ, ਪਿਛਲੀਆਂ ਸਰਕਾਰਾਂ ਤਾਂ ਸਮਝ ਲਿਆ ਲੋਕਾਂ ਨੇ ਸਜ਼ਾ ਦੇ ਦਿੱਤੀ, ਕੁਝ ਕਰ ਲਿਆ, ਨਹੀਂ ਸੈਟਿਸਫਾਈਡ ਤਾਂ ਹੀ ਉਹਨਾਂ ਨੂੰ ਕੋਈ 3 ਤੇ ਰਹਿ ਗਿਆ, ਕੋਈ 2 ਤੇ ਰਹਿ ਗਿਆ। ਹਰਾਇਆ ਵੀ ਬੁਰੀ ਤਰ੍ਹਾਂ ਹਰਾਇਆ, ਔਰ ਇਹਨਾਂ ਨੂੰ ਜਿਤਾਇਆ ਵੀ ਬਹੁਤ ਵੱਡੇ ਮਾਰਜਨ ਨਾਲ, 92 ਸੀਟਾਂ ਰਿਕਾਰਡ ਬਣ ਗਿਆ ਜੀ। ਤੇ ਉਦੋਂ 7 ਮਹੀਨੇ 'ਚ ਪਹਿਲਾਂ ਤਾਂ ਚਲੋ ਮਹੀਨਾ 2 ਮਹੀਨੇ 3 ਮਹੀਨੇ ਨਿਕਲ ਗਏ, ਔਰ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਕਿੱਥੇ ਆਪਾਂ ਖੜੇ ਹਾਂ ਪੂਰਾ ਕਰ ਸਕੇ ਹਾਂ। ਲੇਡੀ ਨੂੰ ਕਹਿੰਦੇ 1000 ਰੁਪਏ ਦੇਣਾ, ਉਹ ਵਿੱਚੇ ਰਹਿ ਗਿਆ। ਹੋਰ ਲਾਅ ਐਂਡ ਆਰਡਰ ਕਿੰਨੀ ਖਰਾਬ ਹੈ ਪੰਜਾਬ 'ਚ, ਆਪਾਂ ਰੋਜ਼ ਦੇਖਦੇ ਕਿੰਨੇ ਮਰਡਰ ਹੁੰਦੇ ਆ, ਕਿੰਨੇ, ਔਰ ਗੈਂਗਸਟਰ ਨਵੇਂ ਨਿਕਲੇ ਨੇ। ਗੈਂਗ ਕੋਈ ਕਿਸੇ ਦਾ ਗੈਂਗ ਹੈ, ਕੋਈ ਕਿਸੇ ਦਾ। ਕੱਲ੍ਹ ਇਸ਼ਤਿਹਾਰ ਦੇ ਰਿਹਾ ਸੀ, ਕੋਈ ਗੈਂਗ 'ਚ ਕਿਸੇ ਨੇ ਭਰਤੀ ਹੋਣਾ ਹੋਵੇ, TV ਤੇ ਆ ਰਿਹਾ ਸੀ, ਗੈਂਗ 'ਚ ਭਰਤੀ ਹੋਣ ਲਈ ਇਸ਼ਤਿਹਾਰ ਦੇ ਰਹੇ ਆ, ਨੰਬਰ ਦੇ ਰਹੇ ਆ। ਦੇਖੋ ਆਪਾਂ ਕਿੱਧਰ ਜਾ ਰਹੇ ਹਾਂ, ਪੰਜਾਬ ਜਾ ਕਿੱਧਰ ਰਿਹਾ ਜੀ। ਇੱਕ ਮੰਤਰੀ ਸਾਹਿਬ, ਮੈਨੂੰ ਹੋਰ ਜ਼ਰੂਰ ਥੋੜ੍ਹੀ ਜਿਹੀ ਗੱਲ ਦੱਸਿਓ। ਇੱਥੇ ਨਾ ਤੁਹਾਡਾ ਹੁਸ਼ਿਆਰਪੁਰ ਲੋਕ ਸਭਾ ਹਲਕਾ ਆ, ਮੇਰਾ ਨਾਨਕਿਆਂ ਦਾ ਜ਼ਿਲ੍ਹਾ ਆ। ਬੜੀ ਜਗਿਆਸਾ ਹੁੰਦੀ ਹੈ ਨਾ ਕਿ ਜੇ ਹੁਸ਼ਿਆਰਪੁਰ ਦੇ ਵਿੱਚ ਅੰਬ ਚੂਪੇ ਹੁਣ ਬਰਸਾਤਾਂ ਦੇ ਵਿੱਚ, ਉਹਦਾ ਚੇਤਾ ਕਿਵੇਂ ਭੁੱਲ ਸਕਦਾ ਆ। ਉੱਥੇ ਵੀ ਜਦੋਂ ਆਪਾਂ ਬਲਾਚੌਰ ਵਾਲੇ ਪਾਸੇ ਨੂੰ ਜਾਈਏ ਹੁਸ਼ਿਆਰਪੁਰ ਤੋਂ, ਤਾਂ ਰਾਹ ਦੇ ਵਿੱਚ ਇੱਕ ਇਲਾਕਾ ਜਿਹਾ ਇੱਦਾਂ ਦਾ ਆਉਂਦਾ, ਉੱਥੇ ਵੀ ਕਈ ਵਾਰ ਲੋਕ ਕਹਿੰਦੇ ਹੁੰਦੇ ਆ ਜੀ ਇੰਡਸਟਰੀ ਲੱਗੀ ਸੀ ਥੱਲੇ, ਹੁਣ ਬੁਲਬੁਲੇ ਮਾਰਦਾ ਹੀ ਪਾਣੀ ਨਿਕਲਦਾ ਹੈ। ਇਹ ਹੋਰ ਵੀ ਪੰਜਾਬ 'ਚ 1-2 ਜਗ੍ਹਾ ਦੇ ਉੱਤੇ ਇੱਦਾਂ ਦੀ ਸਮੱਸਿਆ ਆ ਰਹੀ ਹੈ ਕਿ ਭਾਈ ਫੈਕਟਰੀ ਲੱਗੀ ਹੈ, ਸਵਾਹ ਡਿੱਗਦੀ ਹੈ। ਤੁਸੀਂ ਮਿਨਿਸਟਰ ਹੋ ਇੰਡਸਟਰੀ ਡਿਪਾਰਟਮੈਂਟ ਦੇ, ਕੀ ਜਦੋਂ ਕੋਈ ਇੰਡਸਟਰੀ ਲਾਉਂਦਾ ਆਪਾਂ ਕਹਿੰਦੇ ਆ ਕਿ ਸਿੰਗਲ ਵਿੰਡੋ ਸਿਸਟਮ ਕਰਤਾ ਜੀ, ਤੁਸੀਂ ਆਓ ਸਹੀ, ਤੁਹਾਨੂੰ ਹਰ ਇੱਕ ਸਹੂਲਤ ਦੇਵਾਂਗੇ, ਸਾਡੀ ਲੋੜ ਹੈ, ਪਰ ਉਹਦੇ ਨਾਲ ਤੁਹਾਡਾ ਡਿਪਾਰਟਮੈਂਟ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਭਾਈ ਕੱਲ੍ਹ ਨੂੰ ਕੋਈ ਮੁਸ਼ਕਲ ਨਾ ਹੋਵੇ, ਸਾਡਾ ਪਾਣੀ ਨਾ ਖਰਾਬ ਹੋਵੇ, ਸਾਡੀ ਧਰਤੀ ਨਾ ਖਰਾਬ ਹੋਵੇ, ਸਾਡੀ ਹਵਾ ਨਾ ਖਰਾਬ ਹੋਵੇ? ਕਿਉਂਕਿ ਅੱਜ ਵੀ ਉਹ ਜ਼ੀਰੇ ਵਾਲੇ ਪਾਸੇ ਲੋਕ ਦਰੀ ਵਿਛਾ ਕੇ ਬੈਠੇ ਇੱਕ ਫੈਕਟਰੀ ਦੇ ਮੂਹਰੇ। ਯਾਨੀ ਇਹ ਸਮੱਸਿਆ ਕਿਉਂ ਸਾਡੇ ਆਉਂਦੀ ਕਿ ਬਾਕੀ ਸੂਬਿਆਂ 'ਚ? ਦੇਖੋ, ਇਹ ਬੜੀ ਵੱਡੀ ਬਹੁਤ ਵਧੀਆ ਸਵਾਲ ਹੈ। ਪੋਲੂਸ਼ਨ ਜਿਹੜਾ ਹੈ ਸੈਪਰੇਟ ਡਿਪਾਰਟਮੈਂਟ ਹੈ, ਪੋਲੂਸ਼ਨ ਨਾ ਹੋਵੇ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਕੋਈ ਇੰਡਸਟਰੀ ਲੱਗਣੀ ਜ਼ਰੂਰੀ ਨਹੀਂ ਹੈ, ਪੋਲੂਸ਼ਨ ਰਹਿਤ ਇੰਡਸਟਰੀ ਲੱਗਣੀ ਜ਼ਰੂਰੀ ਜੀ, ਪੋਲੂਸ਼ਨ ਨਾ ਹੋਵੇ ਜ਼ਰੂਰੀ ਹੈ। ਔਰ ਜਿਹੜੇ ਫੈਕਟਰੀਆਂ 'ਚ ਇਸ ਤਰ੍ਹਾਂ ਲੋਕੀ ਕਰਦੇ ਨੇ, ਪਹਿਲਾਂ ਉਹਦੇ ਲਈ ਟ੍ਰੀਟਮੈਂਟ ਪਲਾਨ ਲਾਉਣਾ ਜ਼ਰੂਰੀ ਹੈ। ਕਈ ਵਾਰ ਹੁੰਦਾ ਟ੍ਰੀਟਮੈਂਟ ਪਲਾਨ ਲਾ ਲਿਆ, ਬੇਈਮਾਨੀ ਸਾਡੇ ਲੋਕਾਂ 'ਚ ਹੈਗੀ ਹੈ, ਟ੍ਰੀਟਮੈਂਟ ਪਲਾਨ ਬੰਦ ਹੈ, ਉੱਦਾਂ ਪਾਣੀ ਕੱਢੀ ਜਾਂਦੇ ਆ, ਉਹ ਫਿਰ ਲੋਕਾਂ ਦੇ ਪਾਣੀ ਜਾ ਕੇ ਰਲਦਾ, ਲੋਕਾਂ ਦੇ ਹੱਥ ਨਹੁੰ ਵੀ ਖਰਾਬ ਹੁੰਦੇ, ਦੂਜਾ ਵੀ ਖਰਾਬ ਹੁੰਦਾ ਜੀ। ਔਰ ਦੇਖੋ ਪੰਜਾਬ ਦੀ ਹਾਲਤ ਦੇਖੋ, ਕੱਲ੍ਹ ਹੀ ਗ੍ਰੀਨ ਟ੍ਰਿਬਿਊਨਲ ਨੇ 2080 ਕਰੋੜ ਦਾ ਜੁਰਮਾਨਾ ਕੀਤਾ ਪੰਜਾਬ ਨੂੰ ਜੀ, ਵੀ ਪੋਲੂਸ਼ਨ ਦਾ ਕੰਮ ਤੁਸੀਂ ਵਧੀਆ ਨਹੀਂ ਕਰ ਰਹੇ। ਭਗਵੰਤ ਮਾਨ ਦੀ ਸਰਕਾਰ ਨੂੰ ਇਹ ਬੜਾ ਵੱਡਾ ਤੋਹਫਾ ਸਮਝ ਲਓ ਕੀ ਕੀਤਾ, ਪਰ ਉਹ ਕਹਿੰਦੇ ਸਾਨੂੰ ਅਤੀਤ 'ਚ ਮਿਲਿਆ ਪਿਛਲੇ। ਚਲੋ ਹੁਣ ਠੀਕ ਤਾਂ ਉਹਨਾਂ ਨੇ ਕਰਨਾ, ਪਹਿਲਿਆਂ ਦਾ ਉਹਨਾਂ ਨੂੰ ਤਾਂ ਸਜ਼ਾ ਮਿਲ ਗਈ, ਉਹਨਾਂ ਜੋ ਕੁਝ ਕਰਨਾ ਸੀ ਕਰ ਲਿਆ, ਹੁਣ ਤੁਸੀਂ ਤਾਂ ਕਰੋ। 2080 ਕਰੋੜ ਰੁਪਏ ਦਾ ਜੁਰਮਾਨਾ ਹੈ ਗ੍ਰੀਨ ਟ੍ਰਿਬਿਊਨਲ ਨੇ ਕੀਤਾ, ਇੱਕ ਬਹੁਤ ਵੱਡੀ ਲਾਹਨਤ ਵਾਲੀ ਗੱਲ ਹੈ। ਇਹ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ, ਔਰ ਆਪਣੀ ਜ਼ਿੰਮੇਵਾਰੀ ਸਮਝਦੇ ਹੋ। ਜੇ ਆਪਾਂ ਐਲੀਗੇਸ਼ਨ ਲਾਈਏ ਅਕਾਲੀਆਂ ਵੇਲੇ ਵੀ ਆਹ ਹੁੰਦਾ ਸੀ, ਕਾਂਗਰਸੀਆਂ ਵੇਲੇ ਵੀ ਆਹ ਹੁੰਦਾ ਸੀ, ਉਹ ਤਾਂ ਬੈਠ ਗਏ, ਹਾਰ ਗਏ, ਵਿਹਲੇ ਹੋ ਗਏ। ਹੁਣ ਜਿਹੜਾ ਸੱਤਾ 'ਚ ਹੈ, ਹੁਣ ਜ਼ਿੰਮੇਵਾਰੀ ਤਾਂ ਉਹਦੀ ਹੈ, ਉਹਨਾਂ ਨੂੰ ਕਰਨਾ ਚਾਹੀਦਾ। ਠੀਕ ਹੈ ਜੀ, ਮੈਂ ਇੱਕ ਵਾਰ ਫਿਰ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦਾ ਕਿ ਅਸੀਂ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਨਾਲ, ਜਿਹੜੇ ਕਿ ਕੇਂਦਰ ਸਰਕਾਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਇਸ ਵੇਲੇ ਕਾਮਰਸ ਐਂਡ ਇੰਡਸਟਰੀ ਡਿਪਾਰਟਮੈਂਟ ਦੇ ਮਿਨਿਸਟਰ ਆਫ ਸਟੇਟ ਨੇ, ਤੇ ਬਹੁਤ ਲੰਬਾ ਚੌੜਾ ਉਹਨਾਂ ਦੇ ਕੋਲ ਤਜਰਬਾ, IAS ਅਧਿਕਾਰੀ ਬਣੇ, ਉਹਦੇ ਤੋਂ ਪਹਿਲਾਂ MA ਇਕਨੋਮਿਕਸ ਕੀਤੀ, ਫਿਰ 3 ਜ਼ਿਲ੍ਹਿਆਂ ਦੇ ਪੰਜਾਬ ਦੇ ਵਿੱਚ ਹੀ ਡਿਪਟੀ ਕਮਿਸ਼ਨਰ ਹੈ। ਲੋਕਾਂ ਦੀ ਨਬਜ਼ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਪਤਾ। ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੀ ਮੈਂ ਗੱਲ ਇਸ ਕਰਕੇ ਕੀਤੀ, ਪਲੈਨਿੰਗ ਡਿਪਾਰਟਮੈਂਟ ਦੇ ਵਿੱਚ ਰਿਸਰਚ ਆਫਿਸਰ ਦੇ ਤੌਰ ਤੇ ਕੰਮ ਕੀਤਾ, ਕਿ ਉਹ ਜੜ੍ਹਾਂ ਨੇ ਸਾਡੀਆਂ। ਮੈਂ ਮੰਤਰੀ ਸਾਹਿਬ ਇੱਕ ਚੀਜ਼ ਜ਼ਰੂਰ ਪੁੱਛਣੀ ਹੈ ਕਿ ਤੁਸੀਂ ਕਿਹਾ ਕਿ ਬਹੁਤ ਸਾਰੇ ਸੂਬਿਆਂ 'ਚ ਇੰਡਸਟਰੀ ਵਧੀਆ ਕੰਮ ਕਰ ਰਹੀ ਹੈ, ਉੱਥੇ ਇਨਵੈਸਟਮੈਂਟ ਕਰਨ ਵਾਲੇ ਬੰਦੇ ਜਾਂਦੇ ਨੇ, ਉੱਥੇ ਵੀ ਸਮੱਸਿਆ ਆਉਂਦੀ ਹੈ ਕਿ ਭਾਈ ਪੋਲਿਊਸ਼ਨ ਹੋ ਗਿਆ ਜੀ, ਸਵਾਹ ਡਿੱਗਦੀ ਹੈ, ਕਿ ਸਾਡੇ ਇਕੱਲੇ ਪੰਜਾਬ ਦੇ ਵਿੱਚ ਹੀ ਇਹ ਕੰਮ ਆਉਂਦਾ ਜਾਂ ਉੱਥੇ ਦੀਆਂ ਸਰਕਾਰਾਂ ਵੱਧ ਧਿਆਨ ਦਿੰਦੀਆਂ? ਦੇਖੋ, ਉੱਥੇ ਓਵਰਆਲ ਮਾਹੌਲ ਠੀਕ ਹੈ, ਪੋਲੂਸ਼ਨ ਦਾ ਵੀ ਠੀਕ ਹੈ, ਕੋਈ ਐਸੇ ਕਦੇ ਬਹੁਤੀ ਵੱਡੀ ਰਿਪੋਰਟ ਨਹੀਂ ਆਈ ਹੈ, ਉਹ ਠੀਕ ਚੱਲਦਾ, ਤਾਂ ਹੀ ਉੱਥੇ ਇਨਵੈਸਟਮੈਂਟ ਹੋ ਰਹੀ ਹੈ। ਦੇਖੋ, ਓਵਰਆਲ ਆਪਾਂ ਇੰਡੀਆ ਦੀ ਗੱਲ ਕਰੀਏ ਜੀ, ਆਪਾਂ ਨੈਗੇਟਿਵ ਨਾ ਸੋਚੀਏ, ਬਿਲਕੁਲ ਠੀਕ ਹੈ, ਉਹ ਆਪਾਂ ਸਾਰੇ ਭਾਰਤ ਵਰਸ਼ ਸੋਚੀਏ। ਭਾਰਤ ਵਰਸ਼ ਦੁਨੀਆ ਦਾ ਫਾਸਟੈਸਟ ਗਰੋਇੰਗ ਇਕਨੋਮੀ ਅੱਜ ਕਹਿ ਸਕਦੇ ਹਾਂ। ਵਰਲਡ ਬੈਂਕ ਵੀ ਕਹਿੰਦਾ ਹੈ, IMF ਨੇ ਵੀ ਕਿਹਾ ਫਾਸਟੈਸਟ ਗਰੋਇੰਗ ਇਕਨੋਮੀ ਇੰਡੀਆ ਹੈ, 7% ਤੋਂ ਵੱਧ ਗਰੋ ਕਰੇਗਾ। ਚਾਈਨਾ ਨੂੰ ਪਿੱਛੇ ਛੱਡ ਗਿਆ, ਦੂਜਾ ਵੀ ਪਿੱਛੇ ਛੱਡ ਗਿਆ, ਔਰ ਵਰਲਡ ਦੀ 5ਵੀਂ ਸਭ ਤੋਂ ਵੱਡੀ ਇਕਨੋਮੀ ਹੈ।
ਪਿੱਛੇ ਇੰਗਲੈਂਡ ਨੂੰ ਆਪਾਂ ਪਿੱਛੇ ਛੱਡਿਆ, ਫਰਾਂਸ ਨੂੰ ਪਹਿਲਾਂ ਛੱਡਿਆ ਸੀ, ਇੰਗਲੈਂਡ ਸਭ ਤੋਂ ਪਿੱਛੇ। ਜਿਹੜਾ ਅੰਗਰੇਜ਼ ਸਾਡੇ ਤੇ ਬਹੁਤ 200 ਸਾਲ ਰਾਜ ਕਰਦਾ ਰਿਹਾ, ਉਹ ਇਕੋਨਮੀ ਸਭ ਤੋਂ ਪਿੱਛੇ ਚਲੀ ਗਈ ਹੈ। ਸਾਨੂੰ ਇਸ ਗੱਲ 'ਤੇ ਫਖਰ ਕਰਨਾ ਚਾਹੀਦਾ ਹੈ। ਔਰ ਇੰਡੀਆ ਦੀ ਐਕਸਪੋਰਟਸ ਵੱਧ ਰਹੀਆਂ, ਰਿਕਾਰਡ ਐਕਸਪੋਰਟ ਹੋਈਆਂ ਪਿਛਲੇ ਸਾਲ। ਔਰ ਜਿਹੜੀ ਇਨਵੈਸਟਮੈਂਟ ਹੈ ਇਹ ਵੀ ਰਿਕਾਰਡ ਹੋਈ ਹੈ, ਬਾਹਰੋਂ ਜਿਹੜੀ FDI ਫੋਰਨ ਡਾਇਰੈਕਟ ਇਨਵੈਸਟਮੈਂਟ ਉਹ ਵੀ ਰਿਕਾਰਡ ਹੋਈ ਹੈ। ਔਰ ਦੁਨੀਆ 'ਚ ਇੱਕ ਨਾਂ ਹੈ ਭਾਰਤ ਦਾ, ਇੱਕ ਅਟਰੈਕਸ਼ਨ ਹੈ ਭਾਰਤ ਇੰਡਸਟਰੀ ਲਈ, ਬਾਹਰੋਂ ਲੋਕੀ ਇੱਥੇ ਇੰਡਸਟਰੀ ਲੱਗਦੇ ਨੇ। ਔਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਿਹੜਾ ਪ੍ਰੋਗਰਾਮ ਦਿੱਤਾ ਹੈ ਆਤਮ ਨਿਰਭਰ ਭਾਰਤ, ਇਹਦੇ ਲਈ ਬਹੁਤ ਵਧੀਆ ਸਕੀਮ ਹੈ। ਔਰ ਇਹਦੇ ਲਈ PLI ਸਕੀਮ, ਪ੍ਰੋਡਕਟ ਲਿੰਕਡ ਇਨਸੈਂਟਿਵ ਦਿੱਤੇ ਨੇ ਵੀ ਚੀਜ਼ ਤੁਸੀਂ ਇੱਥੇ ਬਣਾਓ, ਬਾਹਰੋਂ ਇੰਪੋਰਟ ਨਾ ਕਰੋ। ਜਿਵੇਂ ਫਰਿੱਜ ਹੈ, TV ਹੈ, ਸਾਡੇ ਟੈਕਸਟਾਈਲ ਹੈ, ਆਟੋ ਦਾ ਸਮਾਨ ਹੈ, ਜਿਹੜਾ ਬਾਹਰੋਂ ਅਸੀਂ ਇੰਪੋਰਟ ਕਰਦੇ ਹਾਂ, ਉਹ ਤੁਸੀਂ ਇੱਥੇ ਬਣਾਓ, ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਔਰ ਬਹੁਤ ਵੱਡੀ ਰਕਮ 1,97,000 ਕਰੋੜ ਬਣਾ ਰੱਖਿਆ। ਔਰ ਬਹੁਤ ਸਾਰੀ ਇੰਡਸਟਰੀ ਇੱਥੇ ਫਾਇਦਾ ਲੈ ਰਹੀ ਹੈ। ਔਰ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਇੱਕ ਭਾਰਤ ਵਰਸ਼ ਦਾ ਸਮਾਂ ਹੈ। ਭਾਰਤ ਨੇ ਬਹੁਤ ਤੇਜ਼ੀ ਨਾਲ ਤਰੱਕੀ ਕਰਨੀ, ਦੁਨੀਆ ਦੀ ਫਾਸਟੈਸਟ ਗਰੋਇੰਗ ਇਕੋਨਮੀ ਹੈ। ਇਹ ਸਾਡੇ ਸਾਰਿਆਂ ਲਈ ਫਖਰ ਦੀ ਗੱਲ ਹੈ। ਇਹਦੇ ਵਿੱਚ ਇੰਬੈਲੈਂਸ ਹੋ ਰਿਹਾ, ਪੰਜਾਬ ਪਿੱਛੇ ਰਹਿ ਰਿਹਾ, ਦੂਜੇ ਸੂਬੇ ਅੱਗੇ ਜਾ ਰਿਹਾ। ਇਹਦੀ ਚਿੰਤਾ ਸੀ ਪੰਜਾਬ ਦੇ ਹੋਣ ਕਰਕੇ, ਤੁਹਾਡੀ ਵੀ ਚਿੰਤਾ ਹੈ, ਮੇਰੀ ਵੀ ਚਿੰਤਾ ਹੈ। ਮੈਂ ਪੰਜਾਬ ਦੇ ਵਿੱਚੋਂ ਚੁਣਿਆ ਹੋਇਆ ਲੋਕ ਨਵੇਂ, ਪਰ ਕਈ ਵਾਰੀ ਇਹ ਕਰਦਾ ਵੀ ਆਪਾਂ ਪੰਜਾਬ ਦਾ ਕੰਮ ਖਰਾਬ ਆਪੇ ਵੀ ਆਪਾਂ ਕਰੀ ਜਾਂਦੇ ਹਾਂ ਜੀ। ਪੋਲੂਸ਼ਨ ਅਸੀਂ ਨਹੀਂ ਕੰਟਰੋਲ ਕਰ ਸਕੇ, ਇੰਡਸਟਰੀ ਅਸੀਂ ਇੱਥੇ ਲੱਗਣ ਦਾ ਮਾਹੌਲ ਨਹੀਂ ਪੈਦਾ ਕਰਦੇ, ਇੱਥੇ ਐਜੀਟੇਸ਼ਨ ਇੱਥੇ ਰੋਜ਼ ਹੁੰਦੀ ਹੈ। ਇਹਦਾ ਕੋਈ ਨਾ ਕੋਈ ਹੱਲ ਪੰਜਾਬ ਬਣਿਆ। ਲਾਅ ਐਂਡ ਆਰਡਰ ਇੱਥੇ ਬਹੁਤ ਠੀਕ ਨਹੀਂ ਹੈ, ਪੁਲਿਸ ਦਾ ਰੋਲ ਬਹੁਤਾ ਵਧੀਆ ਨਹੀਂ ਹੈ, ਕੰਟਰੋਲ ਨਹੀਂ ਕਰ ਸਕਦੇ। ਤੇ ਉਹ ਗੈਂਗ ਬਾਹਰ ਚੱਲ ਰਹੀ ਹੈ। ਨਸ਼ੇ ਇੱਥੇ ਘਰ ਘਰ ਹੋ ਗਏ, ਘਰ ਘਰ 'ਚ ਨਸ਼ਾ ਵਿਕਦਾ। ਕਿਹੜਾ ਪਿੰਡ ਹੈ ਜਿਹੜਾ ਜਿੱਥੇ ਕਿਤੇ ਨਸ਼ਾ ਨਹੀਂ ਵਿਕਦਾ, ਕਿਹੜੀ ਗਲੀ ਜਿੱਥੇ ਨਸ਼ਾ ਨਹੀਂ ਵਿਕਦਾ। ਇਹ ਚੀਜ਼ਾਂ ਤਾਂ ਦੇਖੋ, ਪਾਰਟੀਆਂ ਨੂੰ ਆਈ ਪਾਰਟੀ ਗਈ, ਅਕਾਲੀ ਆ ਜਾਣਗੇ, BJP ਆ ਜਾਏਗੀ, ਕਾਂਗਰਸ ਆ ਜਾਏਗੀ ਜਾਂ ਆਪ ਆ ਜਾਏਗੀ। ਵਿਗਾੜ ਤਾਂ ਪੰਜਾਬ ਦਾ ਹੋ ਰਿਹਾ ਜੀ, ਪੰਜਾਬ ਦਾ ਸੱਤਿਆਨਾਸ਼ ਹੋ ਰਿਹਾ। ਇਹਨੂੰ ਰੋਕਣ ਲਈ ਸਾਰੀਆਂ ਪਾਰਟੀਆਂ ਨੂੰ ਇਕਮੁੱਠ ਹੋਣਾ ਚਾਹੀਦਾ। ਉਹ ਤੋਂ ਉੱਪਰ ਉੱਠ ਕੇ ਪਾਰਟੀ ਵਾਈ ਤੋਂ ਇਹਦੀ ਗੱਲ ਕਰਨੀ ਚਾਹੀਦੀ ਹੈ। ਉਹ ਉਹਦੀਆਂ ਲੱਤਾਂ ਖਿੱਚ ਰਿਹਾ, ਉਹਦੀਆਂ ਲੱਤਾਂ ਖਿੱਚ ਰਿਹਾ, ਉਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ। ਮੰਤਰੀ ਸਾਹਿਬ, ਤੁਸੀਂ ਕਿਹਾ ਕਿ ਭਾਰਤ ਸਰਕਾਰ ਤਤਪਰ ਹੈ। ਕਈ ਵਾਰੀ ਸੂਬਾ ਸਰਕਾਰ ਤੇ ਕੇਂਦਰ ਸਰਕਾਰਾਂ ਦਾ ਟਕਰਾਅ ਹੋ ਜਾਂਦਾ ਵੱਖ-ਵੱਖ ਮੁੱਦਿਆਂ ਤੇ। ਜੇ ਕੱਲ੍ਹ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਣਾ ਮੰਤਰੀ ਮੰਡਲ ਨਾਲ ਲੈ ਕੇ ਤੁਹਾਡੇ ਕੋਲ ਜਾਣਗੇ ਕਿ ਭਾਈ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ, ਕੇਂਦਰ ਦੇ ਵਿੱਚ ਉਹ ਮਹਿਕਮਾ ਤੁਹਾਡੇ ਕੋਲ ਹੈ ਜਿਹਦੀ ਪੰਜਾਬ ਨੂੰ ਸਭ ਤੋਂ ਵੱਧ ਲੋੜ ਹੈ, ਜਿੰਨੀ ਕੁ ਹੋ ਸਕੂਗੀ ਉਨੀ ਕੁ ਮਦਦ ਕਰੋਗੇ, ਮੂਹਰੇ ਬਾਹਾਂ ਖੋਲ ਕੇ ਸਵਾਗਤ ਕਰੋਗੇ ਉਹਨਾਂ ਦਾ? ਸਾਡੇ ਕੋਆਰਡੀਨੇਸ਼ਨ ਪ੍ਰੋਪਰ ਹੈ ਬਿਲਕੁਲ ਹੈ। ਜਦੋਂ ਆਉਂਦੇ ਆ ਅਸੀਂ ਹੱਸ ਕੇ ਮਿਲਦੇ ਹਾਂ ਜੀ, ਔਰ ਮੀਟਿੰਗਾਂ ਸਾਡੀਆਂ ਅਟੈਂਡ ਵੀ ਕਰਦੇ ਨੇ। ਪਿੱਛੇ ਸਾਡੀ ਇੰਡਸਟਰੀ ਜਿਹੜੀ ਮੀਟਿੰਗ ਸੀ ਇੰਡਸਟਰੀਅਲ ਬੋਰਡ ਦੀ, ਖੇਤੀ ਜਿਹੜੀ ਇੰਡਸਟਰੀ ਮਿਨਿਸਟਰ ਖਰੜ ਤੋਂ MLA ਉਹਨਾਂ ਅਟੈਂਡ ਕੀਤੀ। ਆਉਂਦੇ ਤੇ ਕੋਈ ਐਸੀ ਪ੍ਰੋਬਲਮ ਨਹੀਂ ਹੈ। ਇੱਕ ਤਾਂ ਗਤੀ ਸ਼ਕਤੀ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਉਹਦੇ ਵਿੱਚ ਬਹੁਤ ਆਉਣ ਵਾਲੇ ਸਮਿਆਂ 'ਚ 5-7 ਸਾਲਾਂ 'ਚ ਦੁਨੀਆ ਨੂੰ ਲੀਡ ਕਰੇਗਾ ਭਾਰਤ ਪਲੈਨਿੰਗ ਦੇ ਵਿੱਚ। ਉਹਦੇ ਵਿੱਚ ਜਿਹੜੇ ਵੀ ਕੋਈ ਚੀਜ਼ ਨਵੀਂ ਇੰਡਸਟਰੀ ਲੱਗਣੀ ਆ, ਇੱਕ ਗਰੁੱਪ ਆਫ ਸੈਕਟਰੀ ਬਣਾਤਾ। ਇਹ ਨਹੀਂ ਵੀ ਇੱਕ ਨੇ ਪਲੈਨਿੰਗ ਕਰ ਲਈ, ਦੂਜੇ ਨੂੰ ਪਤਾ ਹੀ ਨਹੀਂ ਹੈ। ਅੱਗੇ ਆਈਸੋਲੇਸ਼ਨ ਸਾਈਲੋ 'ਚ ਕੰਮ ਕਰਦੇ ਸੀ। ਹੁਣ ਕੋਈ ਸੜਕ ਨਿਕਲਣੀ ਆ ਜਾਂ ਕੋਈ ਨਵੀਂ ਲਾਈਨ ਪੈਣੀ ਆ, ਉਹ ਗਤੀ ਸ਼ਕਤੀ 'ਤੇ ਸਾਰਾ ਡਾਟਾ ਫੀਡ ਹੋ ਰਿਹਾ। ਖਸਰਾ ਨੰਬਰ ਵੀ, ਦੂਜੇ ਵੀ, ਫੋਰੈਸਟ ਵੀ, ਹਰ ਇੱਕ ਮਹਿਕਮੇ ਨੇ, ਹਰ ਸਟੇਟ ਨੇ ਆਪਣਾ ਡਾਟਾ ਉੱਤੇ ਅਹਿਮਦਾਬਾਦ ਬਣ ਰਿਹਾ, ਉੱਥੇ ਉਹ ਡਾਟਾ ਫੀਡ ਕਰ ਰਹੇ ਨੇ। ਉੱਥੋਂ ਬੈਠ ਕੇ ਇੱਥੋਂ ਦਿੱਲੀ ਤੋਂ ਜਾ ਕੇ ਅੰਮ੍ਰਿਤਸਰ ਤੱਕ ਨਵੀਂ ਸੜਕ ਬਣਾਉਣੀ ਆ, ਉੱਥੋਂ ਬੈਠ ਕੇ ਅਸੀਂ ਪਲੈਨਿੰਗ ਕਰ ਸਕਦੇ ਹਾਂ। ਜਿਹੜੀ ਪਲੈਨਿੰਗ ਲਈ ਸਾਲਾਂ ਵੱਧੀ ਸਮਾਂ ਲੱਗਦਾ ਸੀ, ਉਹ ਦਿਨਾਂ ਵਿੱਚ ਪਲੈਨਿੰਗ ਹੋ ਸਕੇਗੀ। ਠੀਕ ਹੈ, ਔਰ ਘੱਟ ਕੀਮਤ 'ਤੇ ਹੋ ਸਕੇਗੀ ਔਰ ਵਧੀਆ ਹੋ ਸਕੇਗੀ ਜੀ। ਮੰਤਰੀ ਸਾਹਿਬ, ਮੈਂ ਇੱਕ ਚੀਜ਼ ਹੋਰ ਜ਼ਰੂਰ ਪੁੱਛਣੀ ਹੈ ਕਿ ਪੰਜਾਬ ਕੋਲ 13 ਹੀ ਲੋਕ ਸਭਾ ਦੀਆਂ ਸੀਟਾਂ ਨੇ ਜੀ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਤੇ ਸਰਕਾਰ ਹੈ ਤੇ ਤਕਰੀਬਨ ਅਸੀਂ ਗਿਣਦੇ ਹੁੰਦੇ 4-5 ਮਿਨਿਸਟਰ ਜਿਹੜੇ ਨੇ ਕੇਂਦਰ ਸਰਕਾਰ ਦੇ, ਜਿਹੜੇ ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਆ, ਉਹ ਲਗਾਤਾਰ ਪੰਜਾਬ 'ਚ ਆਉਂਦੇ ਆ, ਰਾਤ ਵੀ ਰਹਿੰਦੇ ਆ, ਲੋਕਾਂ ਨਾਲ ਗੱਲਬਾਤ ਕਰਦੇ ਆ, ਸਾਰਾ ਕੁਝ ਕਰਦੇ ਆ। ਤਾਕਤ ਪੂਰੀ ਭਾਰਤੀ ਜਨਤਾ ਪਾਰਟੀ ਨੇ 2024 ਦੇ ਲਈ ਲਾਈ ਹੋਈ ਹੈ ਜੀ। ਇਸ ਵੇਲੇ ਕਿੱਦਾਂ ਦੇ ਨਤੀਜੇ ਆਉਣ ਦੀ ਸੰਭਾਵਨਾ? ਦੇਖੋ, ਭਾਰਤੀ ਜਨਤਾ ਪਾਰਟੀ ਇੱਕ ਸਿਸਟਮ ਦੇ ਨਾਲ ਚੱਲਣ ਵਾਲੀ ਪਾਰਟੀ ਹੈ, ਪਲੈਨਿੰਗ ਨਾਲ ਚੱਲਣ ਵਾਲੀ ਪਾਰਟੀ ਹੈ। ਔਰ 2024 ਦੀ ਤਿਆਰੀ ਬਿਲਕੁਲ ਸ਼ੁਰੂ ਕੀਤੀ ਹੋਈ ਹੈ। ਸਾਰੇ ਜਿਹੜੇ ਮੰਤਰੀ ਆ ਉਹਨਾਂ ਨੂੰ ਕੋਈ ਨਾ ਕੋਈ ਕੌਂਸਟੀਟਿਊਸ਼ਨ ਨੂੰ 2, ਕਿਸੇ ਨੂੰ 3 ਦਿੱਤੀਆਂ, ਉੱਤੇ ਉਹਨਾਂ ਦਾ ਜਾਣਾ ਜ਼ਰੂਰੀ ਹੈ। ਮੈਨੂੰ ਜਿਵੇਂ ਮਹਾਰਾਸ਼ਟਰ ਦੀ 17 ਸੀਟ ਦਿੱਤੀ ਹੋਈ ਹੈ। ਤੁਹਾਡੇ ਕੋਲੋਂ ਸੀਟ ਹੈ? ਹਾਂ ਜੀ। ਇੱਕ ਆਂਧਰਾ ਪ੍ਰਦੇਸ਼ ਦੀ ਕਾਕੀਨਾਡਾ ਹੈ, 2 ਸੀਟਾਂ 'ਤੇ ਮੈਂ ਜਾ ਕੇ ਆਇਆ। ਔਰ ਸਾਡੇ ਤਾਂ ਇਹ ਪਾਰਟੀ ਨੇ ਕੀਤੇ 2 ਰਾਤਾਂ ਉੱਤੇ ਰਹਿਣਾ। ਠੀਕ ਹੈ ਜੀ। 3 ਦਿਨ ਕੰਮ ਕਰਨਾ, 2 ਰਾਤਾਂ ਉੱਤੇ ਰਹਿਣਾ। ਜਦੋਂ 2 ਰਾਤਾਂ ਰਹਾਂਗੇ, ਬਹੁਤ ਲੋਕਾਂ ਨੂੰ ਪ੍ਰੋਗਰਾਮ ਮਿਲ ਜਾਂਦੇ, ਆਹ ਕਰਨਾ, ਇਹਨਾਂ ਲੋਕਾਂ ਨੂੰ ਮਿਲਣਾ, ਇਹ ਕਰਨਾ।
ਸਿਸਟਮ ਨਾਲ ਚੱਲਦੇ ਹਾਂ ਅਸੀਂ ਪਾਰਟੀ, ਔਰ ਪੂਰਾ 2024 ਨੂੰ ਧਿਆਨ 'ਚ ਰੱਖ ਕੇ, ਔਰ ਟੀਚਾ ਇਹ ਹੈ ਵੀ ਅੱਗੇ 303 ਸੀਟਾਂ ਸੀ ਜੀ, ਹੁਣ ਉਹ ਤੋਂ ਵੱਧ ਲੈਣੀਆਂ 2024 ਚ। ਜਾਂ ਬਿਲਕੁਲ 350 ਵੀ ਹੋ ਸਕਦੀਆਂ, 400 ਵੀ ਹੋ ਸਕਦੀ ਹੈ। ਅੱਛਾ ਮੰਤਰੀ ਸਾਹਿਬ, ਇੱਕ ਬੜਾ ਵੱਡਾ ਪਿਛਲੇ ਦਿਨੀ ਰੌਲਾ ਪਿਆ ਕਿਉਂਕਿ ਕੇਂਦਰ ਸਰਕਾਰ ਦੇ ਕੋਲੇ ਕੰਮ ਬੜੇ ਹੁੰਦੇ ਆ, ਤੁਸੀਂ ਕਿਹਾ ਸਾਰੇ ਐਮਪੀਜ਼ ਦੀ ਡਿਊਟੀ ਉੱਧਰ ਲਾਈ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ 25-25 ਕਰੋੜ ਸਾਡੇ ਮਗਰ ਚੱਕੀ ਫਿਰਦੇ ਆ, ਇੰਨੇ ਪੈਸੇ ਕਿੱਥੋਂ ਆ ਜਾਂਦੇ ਮੰਤਰੀ ਸਾਹਿਬ? ਇਹ ਪਤਾ ਨਹੀਂ ਇਹਨਾਂ ਨੇ ਕਿਵੇਂ ਕੀ ਕਹਿੰਦੇ ਨੇ, ਇਹ ਦਰਅਸਲ ਇਹ ਐਡਵਰਟਾਈਜ਼ਮੈਂਟ 'ਚ ਵਿਸ਼ਵਾਸ ਰੱਖਦੇ ਨੇ, ਐਡ ਬੜੀ ਦਿੰਦੇ ਨੇ। ਇਹ ਦੱਸਣਾ ਚਾਹੁੰਦੇ ਸੀ ਵੀ ਅਸੀਂ ਵੀ ਬੈਠੇ ਹਾਂ, ਬਕਾਊ ਮਾਲ ਹੈ, ਸਾਡਾ ਕੋਈ ਧਿਆਨ ਨਹੀਂ ਕਰਦੇ ਆ। ਠੀਕ ਹੈ ਜੀ। ਹੋਰ ਤਾਂ ਹੋਰ ਕੁਝ ਨਹੀਂ, ਸਿਰਫ ਇਹ ਦੱਸਣ ਲਈ ਵੀ ਅਸੀਂ ਬਕਾਊ ਮਾਲ ਹੈ, ਸਾਡੇ ਵੱਲ ਵੀ ਧਿਆਨ ਕਰੋ। 25 ਕਰੋੜ ਤਾਂ ਐਵੇਂ ਕੀਮਤ ਕਹਿਤੀ ਇਹਨਾਂ ਨੇ, ਚਾਹੇ ਛੋੜ ਦੇਣੀ ਆ 5 ਲੱਖ ਦੀ ਮਾਰਨੀ ਹੈ। ਠੀਕ ਹੈ। ਇਹਦਾ MLA 5 ਲੱਖ ਦੀ ਵੀ ਮਾਰਨੀ। ਆ ਮੰਤਰੀ ਜਿਹੜਾ ਹੈਲਥ ਮਿਨਿਸਟਰ ਇਹਨਾਂ ਨੇ ਆਪ ਅਰੈਸਟ ਕੀਤਾ ਸੀ, ਉਹ 5 ਲੱਖ ਦੀ ਕਰਿਆ ਸੀ, 5 ਲੱਖ ਮੰਗੇ ਸੀ ਕਿਸੇ ਤੋਂ। ਜੇ ਮੰਤਰੀ 5 ਲੱਖ 'ਚ ਫੜ ਕਿਸੇ ਦਾ, MLA ਦੀ ਕਿੰਨੀ ਬੜੀ ਮਾਰ ਹੈ। ਪਰ ਇਹ ਇੱਕ ਬਹੁਤ ਅੱਛੀ ਗੱਲ ਨਹੀਂ ਹੈ। ਜਾਨੀ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂ। ਦੇਖੋ ਇਹਨਾਂ ਨੇ FIR ਕੀਤੀ, ਕਿਸੇ ਦਾ ਨਾਂ ਦੱਸਿਆ, ਕੋਈ ਟੈਲੀਫੋਨ ਦੱਸਿਆ ਕਿਤੋਂ ਆਇਆ, ਕਿਸੇ ਦਾ ਨਾਂ ਦਾ ਲੈਣ, ਐਵੇਂ ਝੂਠ ਦਾ ਪਲੰਦਾ ਸ਼ੁਰੂ ਕਰ ਲਿਆ। ਇਹ ਇੱਕ ਅਣਜਾਣ ਜੇ ਕਹੇ ਲੋਕ, ਅਨਪੜ੍ਹ ਜਿੱਦਾਂ ਦਾ ਬਿਹੇਵੀਅਰ, ਬਿਨਾਂ ਤਜਰਬੇ ਤੋਂ ਐਸੀਆਂ ਗੱਲਾਂ ਕਰਦੇ ਨੇ। ਔਰ ਜੇ ਕੋਈ ਇਹਨਾਂ ਨੂੰ ਲੱਗਦਾ ਹੈ, ਉਹ ਬੰਦੇ ਨੂੰ ਅਰੈਸਟ ਕਿਉਂ ਨਹੀਂ ਕਰਦੇ ਜਿਹਨੇ ਟੈਲੀਫੋਨ ਕੀਤਾ, ਜਿਹਨੇ ਇਹਨਾਂ ਨੂੰ ਕਿਹਾ ਵੀ ਸਾਡਾ ਸਿਰਫ 25 ਕਰੋੜ ਦਾ ਇਹਨਾਂ ਦਾ ਸਾਰਿਆਂ ਦਾ ਮੁੱਲ ਰਲਾ ਕੇ ਨਹੀਂ ਬਣਦਾ। ਇਹ ਕਿਹੜੀ ਗੱਲ ਕਰਦੇ ਨੇ? ਇਹ ਤਾਂ ਬਸ ਇਹ ਕਹਿਣਾ ਚਾਹੁੰਦੇ ਸੀ ਵੀ ਅਸੀਂ ਵੀ ਬਕਾਊ ਹਾਂ ਸਰ, ਸਾਡਾ ਵੀ ਮੁੱਲ ਪਾ ਲਓ ਜੇ ਕਿ ਲੋਡ ਹੋਈਦਾ। ਇਹ ਗੱਲ ਆ, ਹੋਰ ਕੁਝ ਨਹੀਂ ਹੈ। ਅੱਛਾ ਮੰਤਰੀ ਸਾਹਿਬ, ਬੀਜੇਪੀ ਨੇ ਜੇ ਆਫਰ ਨਹੀਂ ਦਿੱਤੀ, ਉਹਨਾਂ ਨੇ ਚਲੋ ਮੂਹਰੇ ਸ਼ਿਕਾਇਤ ਦਰਜ ਕਰਾਤੀ, ਹੁਣ ਦੇਖਦੇ ਹਾਂ ਜਾਂਚ ਦੇ। ਸ਼ਿਕਾਇਤ ਦਰਜ ਕਰਾਈ, ਸ਼ਿਕਾਇਤ ਕਿਹਦੇ ਅਗੇਂਸਟ ਕਰਾਈ ਹੈ? ਅਣਪਛਾਤੇ ਕਿੱਥੋਂ ਟੈਲੀਫੋਨ ਆਇਆ ਇਹ ਨਹੀਂ ਦੱਸਿਆ। ਕੋਈ ਕਹਿੰਦੇ ਅਸੀਂ ਟੈਲੀਫੋਨ ਪ੍ਰੈਸ ਕਾਨਫਰੰਸ ਚੀਮਾ ਸਾਹਿਬ ਨੇ ਕੀਤੀ ਵੀ ਅਸੀਂ ਪੁਲਿਸ ਨੂੰ, DGP ਨੂੰ ਸਾਰੇ ਪ੍ਰੂਫ ਦੇਵਾਂਗੇ। ਪ੍ਰੂਫ ਤਾਂ ਕਿਸੇ ਨੇ ਦਿੱਤਾ ਨਹੀਂ ਹੈ। ਇਹ ਤਾਂ ਡਰਾਮਾ ਹੈ, ਕੋਰਾ ਝੂਠ ਹੈ, ਡਰਾਮਾ ਹੈ, ਔਰ ਬਚਕਾਨੀ ਹਰਕਤ ਕਹਿ ਸਕਦੇ ਹਾਂ। ਠੀਕ ਹੈ ਜੀ। ਮੰਤਰੀ ਸਾਹਿਬ, ਮੈਂ ਇੱਕ ਹੋਰ ਚੀਜ਼ ਪੁੱਛਣੀ ਹੈ। ਪਿਛਲੇ ਦਿਨਾਂ ਦੇ ਵਿੱਚ ਮਾਣਯੋਗ ਰਾਜਪਾਲ ਸਾਹਿਬ ਵੀ ਬਾਰਡਰ ਏਰੀਆ ਦਾ ਦੌਰਾ ਕਰਕੇ ਆਏ ਆ। ਵਿੱਚੇ ਸਾਡੀ ਜਿਹੜੀ ਦੇਸ਼ ਦੀਆਂ ਸਰਹੱਦਾਂ ਨੂੰ ਐਨ ਚਟਾਨ ਬਣ ਕੇ ਰਾਖੀ ਕਰਦੀ BSF ਦਾ ਜ਼ਿਕਰ ਆਉਂਦਾ। ਉਹਨਾਂ ਨੇ ਕਿਹਾ ਸੀ ਮਾਈਨਿੰਗ ਹੁੰਦੀ ਹੈ ਬਹੁਤ ਜ਼ਿਆਦਾ ਅਤੇ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ, ਇਹ ਚੀਜ਼ਾਂ ਆਈਆਂ। ਹੁਣ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਰੇਤਾ ਦੀ ਗੱਲ ਚੱਲਦੀ ਹੈ, ਮਾਈਨਿੰਗ ਦੀ ਗੱਲ ਚੱਲਦੀ ਹੈ, ਆ ਥੋੜ੍ਹੇ ਦਿਨ ਹੋਏ ਆ ਤੁਹਾਡੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰੀ ਤੁਹਾਡੀ ਪਾਰਟੀ ਸ਼ਾਮਲ ਹੈ, 2 ਵਾਰ ਦੇ ਮੁੱਖ ਮੰਤਰੀ ਰਹੇ। ਉਹਨਾਂ ਨੇ ਬਹੁਤ ਵਾਰੀ ਪਬਲਿਕਲੀ ਸਟੇਟਮੈਂਟ ਦਿੱਤੀ ਕਿ ਮੈਂ ਨਾ, ਮੇਰੇ ਮੰਤਰੀ ਮੰਡਲ ਦੇ ਵਿੱਚ, ਮੇਰੀ ਸਰਕਾਰ ਦੇ ਵਿੱਚ ਕਈ ਬੰਦੇ ਰੇਤਾ ਦਾ 2 ਨੰਬਰ 'ਚ ਕੰਮ ਕਰਦੇ ਸੀ, ਮੈਂ ਉਹਨਾਂ ਦੀਆਂ ਫਾਈਲਾਂ ਵੀ ਸੋਨੀਆ ਗਾਂਧੀ ਨੂੰ ਦਿੱਤੀਆਂ। ਹੁਣ ਜੇ ਤੁਹਾਡੇ ਕੋਲ ਆ ਹੀ ਗਏ, ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਆ ਗਿਆ, ਰਾਜਪਾਲ ਸਾਹਿਬ ਨੇ ਵੀ ਕਹਿਤਾ, ਉਹਨਾਂ ਤੋਂ ਪੁੱਛ-ਪੱਛ ਕੇ 2-4 ਫਾਈਲਾਂ ਕਢਾ ਕੇ ਬੰਦੇ ਅੰਦਰ ਕਰੀਏ। ਦੇਖੋ ਇਹ ਜਿਹੜਾ ਸਾਰਾ ਕੁਝ ਹੁੰਦਾ ਜੀ, ਕੈਪਟਨ ਸਾਹਿਬ ਨਾਲ ਤਾਂ ਲੈ ਨਹੀਂ ਗਏ ਜੀ, ਇਹ CID ਕੋਲ ਵੀ ਹੁੰਦਾ, ਇਹ ਵਿਜੀਲੈਂਸ ਦੇ ਕੋਲ ਸਾਰਾ ਕੁਝ ਡਾਟਾ ਹੈਗਾ ਜੀ। ਜਿਹੜਾ ਵੀ ਉਹ ਕਹਿਣਾ ਚਾਹੁੰਦੇ ਨੇ ਸਾਰਾ ਕੁਝ ਸਰਕਾਰ ਕੋਲ, ਸਰਕਾਰ ਨੇ ਐਕਸ਼ਨ ਕਰੇ। ਅਸੀਂ ਤਾਂ ਕਹਿੰਦੇ ਜੇ ਜਿਹੜਾ ਕੋਈ ਕਰਦਾ ਉਹ 'ਤੇ ਐਕਸ਼ਨ ਕਰਨਾ ਚਾਹੀਦਾ। ਜਿਹਨੇ ਵੀ ਮਾਈਨਿੰਗ ਗੈਰ ਕਾਨੂੰਨੀ ਕੀਤੀ ਹੈ ਉਹ 'ਤੇ ਪਰਚਾ ਵੀ ਹੋਣਾ ਚਾਹੀਦਾ, ਉਹ 'ਤੇ ਸਜ਼ਾ ਵੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਜਦ ਤੱਕ ਆਪਾਂ ਸਿਸਟਮ ਦੇ ਵਿੱਚ ਇੱਦਾਂ ਦੀ ਸਖਤੀ ਨਹੀਂ ਕਰਦੇ, ਇਹ ਤਾਂ ਹੋਰ ਨਿਗਾਰ ਆਈ ਜਾਣਾ। ਠੀਕ ਹੈ ਜੀ। ਨਿਗਾਰ ਹੋਰ ਵਧੇਗਾ। ਅਤੇ ਇਹਨਾਂ ਕੋਲ ਸਾਰਾ ਕੁਝ ਹੈਗਾ, ਵਿਜੀਲੈਂਸ ਦੇ ਕੋਲ ਫਾਈਲਾਂ ਬਣੀਆਂ ਹੋਈਆਂ, ਉਹਨੂੰ ਫੜ ਕੇ ਅਰੈਸਟ ਕਰਨ ਜਿਹੜਾ। ਬਿਲਕੁਲ ਠੀਕ ਹੈ ਮੰਤਰੀ ਸਾਹਿਬ ਕਿ ਜੇ ਫਾਈਲਾਂ ਹੈਗੀਆਂ ਤਾਂ ਅਰੈਸਟ ਕਰਨਾ ਚਾਹੀਦਾ। ਮੈਂ 3 ਚੀਜ਼ਾਂ, ਇੱਕ ਨਾ ਆਮ ਹੀ ਵਿਰੋਧੀ ਧਿਰਾਂ ਨੇ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਹੋਰ ਕਈ ਸਿਆਸੀ ਧਿਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸੂਬੇ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਕੇਂਦਰ ਸਰਕਾਰ ਦੇ ਰਾਹੀਂ। ਮੈਂ 3 ਚੀਜ਼ਾਂ ਦੱਸਦਾ ਜੀ। BBMB ਦੇ ਵਿੱਚੋਂ ਪੰਜਾਬ ਦਾ ਅਧਿਕਾਰ ਖੋਇਆ ਜਾ ਰਿਹਾ, ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲਾਈਜ਼ਡ ਕੀਤਾ ਜਾ ਰਿਹਾ, ਹੋਰ ਕਈ ਕੁਛ ਕਿਹਾ SYL ਦੇ ਮੁੱਦੇ ਤੇ। ਕੀ ਜਿਹੜਾ 50 ਕਿਲੋਮੀਟਰ BSF ਨੂੰ, ਕੀ ਸੱਚੀ ਮੁੱਚੀ ਕੋਈ ਇਦਾਂ ਦੀ ਗੱਲ ਜਿਹੜਾ ਵਿਰੋਧੀ ਪਾਰਟੀਆਂ ਦੋਸ਼ ਲਾਉਂਦੀ ਕੋਈ ਹੈ? ਦੇਖੋ ਪੰਜਾਬ ਯੂਨੀਵਰਸਿਟੀ ਦਾ ਐਵੇਂ ਡਰਾਮਾ ਕੀਤਾ, ਇਹ ਇੱਕ ਹਾਈ ਕੋਰਟ 'ਚ ਰੇਟ ਕੋਈ ਪ੍ਰੋਫੈਸਰ ਨੇ ਰੇਟ ਕੀਤੀ। ਹਾਈ ਕੋਰਟ ਨੇ ਕਿਹਾ ਵੀ ਇਹਦੀ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਗੱਲ, ਪੈਸੇ ਵੀ ਤੁਸੀਂ ਦਿੰਦੇ ਹੋ, ਚਾਂਸਲਰ ਵੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ, ਤੇ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਵੇਲੇ ਤੁਹਾਡਾ ਕੀ ਵਿਚਾਰ ਹੈ ਤੇ ਸਾਨੂੰ ਆਪਣੇ ਅਗਲੀ ਪੇਸ਼ੀ 'ਤੇ ਆਪਣੇ ਰਾਏ ਦਿਓ। ਇੰਨੀ ਗੱਲ ਹੋਈ ਹੈ। ਔਰ ਭਾਰਤ ਸਰਕਾਰ ਦਾ ਬਿਲਕੁਲ ਸਪਸ਼ਟ ਸੀ ਵੀ ਅਸੀਂ ਕੁਝ ਨਹੀਂ ਕਰਨਾ, ਜੋ ਯੂਨੀਵਰਸਿਟੀ ਹੈ ਇੱਦਾਂ ਚੱਲੇਗੀ। ਅੱਛਾ, ਉਹਨਾਂ ਵੱਲੋਂ ਕੋਈ ਗੱਲ ਨਹੀਂ ਸੀ? ਬਿਲਕੁਲ ਕੋਈ ਗੱਲ ਨਹੀਂ ਸੀ। ਮੈਂ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਕੇ ਮਿਲਿਆ ਇਸ ਇਸ਼ੂ ਤੇ ਜੀ, ਮੈਂ ਉਹਨੂੰ ਪੁੱਛਿਆ, ਉਹ ਕਹਿੰਦੇ ਜੀ ਬਿਲਕੁਲ ਅਸੀਂ ਕਰਨਾ ਕੋਈ ਨਹੀਂ, ਜੋ ਯੂਨੀਵਰਸਿਟੀ ਚੱਲਦੀ ਚੱਲੇ, ਸਾਨੂੰ ਕੀ ਪ੍ਰੋਬਲਮ ਹੈ। ਹਾਈ ਕੋਰਟ ਨੇ ਪੁੱਛਿਆ, ਅਸੀਂ ਕਹਿ ਦਾਂਗੇ ਅਸੀਂ ਨਹੀਂ ਬਣਾਉਣੀ ਹੈ। ਇਹ ਤਾਂ ਐਵੇਂ ਡਰਾਮਾ ਜਸਟ ਲੋਕਾਂ ਦਾ ਧਿਆਨ ਖਿੱਚਣ ਲਈ ਵੀ ਆ ਇੱਧਰ ਕੰਮ ਆਪ ਨਹੀਂ ਕਰਦੇ ਆ, ਧਿਆਨ ਇੱਧਰ ਖਿੱਚਣ ਵਾਲੀ ਗੱਲ।
ਯੂਨੀਵਰਸਿਟੀ ਦੇ ਕਦੇ ਵੀ ਕੋਈ 1% ਵੀ ਕਦੇ ਕੋਈ ਭਾਰਤ ਸਰਕਾਰ ਨੇ ਸੋਚਿਆ ਨਹੀਂ। ਭਾਖੜਾ ਵਿਆਸ ਮੈਨੇਜਮੈਂਟ ਦਾ ਬੋਰਡ, ਉਹ ਵੀ ਕੋਰਟ ਦਾ ਕੇਸ ਹੋਇਆ ਸੀ, ਉਹਨਾਂ ਨੇ ਕਿਹਾ ਸਾਰਿਆਂ ਨੂੰ ਮੌਕਾ ਦਿਓ, ਇੱਕ ਸਟੇਟ ਤੋਂ ਕਿਉਂ ਲੈਣੇ ਆ, ਤਾਂ ਕਰਕੇ ਇਹ ਹੋਇਆ। ਸੋ ਇਹ ਕੋਈ ਬਹੁਤੀ ਇਹਨਾਂ ਕਿਸੇ ਦੇ ਅਧਿਕਾਰ ਖੋਲ, ਕਿਉਂ ਭਾਰਤ ਸਰਕਾਰ ਤੇ ਅਧਿਕਾਰ ਹੋਏਗੀ? ਜਿਹੜੇ ਸਟੇਟ ਦੇ ਅਧਿਕਾਰ ਹੈ ਡਿਫਾਈਨਡ ਹੈ ਕਨਸਟੀਟਿਊਸ਼ਨ ਦੇ ਵਿੱਚ, ਸਟੇਟ ਲਿਸਟ ਹੈ, ਸੈਂਟਰਲ ਲਿਸਟ ਹੈ ਤੇ ਕਨਕਰੈਂਟ ਲਿਸਟ ਹੈ, ਔਰ ਸੰਵਿਧਾਨ ਦੇ ਮੁਤਾਬਕ ਚੱਲਣਾ, ਕਿਉਂ ਅਧਿਕਾਰ ਕਿਸੇ ਦੇ ਹੋਏਗੀ? ਜੀ ਮੰਤਰੀ ਸਾਹਿਬ, ਮੈਂ ਇੱਕ ਚੀਜ਼ ਜ਼ਰੂਰ ਪੁੱਛਣੀ ਹੈ ਕਿ ਬਹੁਤ ਨਾ ਹੱਲੇ ਨਾਲ ਵੱਖ-ਵੱਖ ਪਾਰਟੀਆਂ ਦੇ ਲੀਡਰ ਬੀਜੇਪੀ ਜੁਆਇਨ ਕਰ ਰਹੇ ਅੱਜ ਕੱਲ੍ਹ ਪੰਜਾਬ ਦੇ ਵਿੱਚ। ਕੈਪਟਨ ਸਾਹਿਬ ਦੇ ਨਾਲ ਕਿੰਨੇ ਬੰਦੇ ਗਏ, ਪਹਿਲਾਂ ਵੀ ਕਿੰਨੇ ਬੰਦੇ ਗਏ, ਤਕਰੀਬਨ ਮੈਂ ਅੰਦਾਜ਼ਾ ਇਹ ਲਾਉਂਦਾ ਸੀ ਕਿ ਵੱਡੇ ਲੀਡਰ ਜਿਹੜੇ ਕੱਦ ਬੁੱਤ ਆ ਜਿਨ੍ਹਾਂ ਦੇ, ਜਿਹੜੇ ਕਿਸੇ ਨਾ ਕਿਸੇ ਅਹੁਦੇ 'ਤੇ ਰਹੇ, 30-35 ਸੀਟਾਂ ਪੰਜਾਬ ਵਿਧਾਨ ਸਭਾ ਦੀਆਂ ਇੱਦਾਂ ਦੀਆਂ ਹੋ ਗਈਆਂ। ਤੁਸੀਂ 23 ਲੜਦੇ ਹੁੰਦੇ ਸੀ ਪਹਿਲਾਂ। ਜਿਹੜਾ ਪੁਰਾਣਾ ਬੀਜੇਪੀ ਦਾ ਵਰਕਰ ਆ, ਮੰਨ ਲਓ ਕਿ ਇੱਕ ਹਲਕੇ ਤੋਂ ਇੱਕ ਬੀਜੇਪੀ ਦੇ ਵਰਕਰ ਨੂੰ 30 ਸਾਲ ਹੋ ਗਏ, ਉਹ ਚਪਲਾਂ ਘਸਾਉਂਦਾ, ਦਰੀਆਂ ਝਾੜਦਾ, ਪ੍ਰਚਾਰ ਕਰਦਾ, ਪੈਂਫਲੇਟ ਵੰਡਦਾ, ਉਹਨੂੰ ਭਰੋਸੇ ਦੇ ਵਿੱਚ ਲੈ ਕੇ ਸਾਰਾ ਕੁਝ ਕੀਤਾ ਜਾ ਰਿਹਾ, ਉਹ ਕਿਤੇ ਇਗਨੋਰ ਤਾਂ ਨਹੀਂ ਫੀਲ ਕਰੂਗਾ ਕਿ ਭਾਈ ਦੂਸਰੀਆਂ ਪਾਰਟੀਆਂ ਦਾ ਸਾਰਾ ਸਮਾਨ ਲਿਆ ਕੇ ਸ਼ੋਰੂਮ 'ਚ ਰੱਖ ਦਿੱਤਾ? ਨਹੀਂ, ਐਸਾ ਕੁਝ ਨਹੀਂ ਹੈ ਜੀ। ਭਾਰਤੀ ਜਨਤਾ ਪਾਰਟੀ ਸੋਚ ਸਮਝ ਕੇ ਜਿਹੜੇ ਫੈਸਲੇ ਕਰਦੀ ਹੈ, ਔਰ ਸਾਡੀ ਪਾਰਟੀ 'ਚ ਜਿਹੜਾ ਭਰਾ ਦੂਜੀਆਂ ਪਾਰਟੀਆਂ ਦਾ ਹੁੰਦਾ, ਇਹ ਨਹੀਂ ਵੀ ਆਪਾਂ ਸੱਤਾ ਲਈ ਸਾਰਾ ਕੁਝ ਕਰਦੇ ਹਾਂ। ਆਪਾਂ ਸਟੇਟ 'ਚ ਚਲਾਉਣੀ ਹੈ, ਦੇਸ਼ ਨੂੰ ਧਿਆਨ, ਦੇਸ਼ ਦੇ ਹਿੱਤ ਧਿਆਨ 'ਚ ਰੱਖ ਕੇ ਕਰਨੇ। ਹੁਣ ਦੂਜੀਆਂ ਪਾਰਟੀਆਂ ਜੇ ਕੋਈ ਉੱਧਰੋਂ ਦੁਖੀ ਹੈ, ਸਾਡੇ 'ਚ ਆਉਂਦਾ ਹੈ, ਤਾਂ ਹੀ ਇਜ਼ ਵੈਲਕਮ। ਸਾਡੀ ਆਈਡੀਓਲੋਜੀ ਦੇ ਮੁਤਾਬਕ ਚੱਲਦਾ, ਭਾਰਤੀ ਜਨਤਾ ਪਾਰਟੀ ਦੀ ਸਕੀਮਾਂ ਨੂੰ, ਭਾਰਤੀ ਜਨਤਾ ਪਾਰਟੀ ਦੀ ਸੋਚ ਨੂੰ ਉਹ ਸਮਝ ਕੇ ਆਉਂਦਾ, ਤਾਂ ਇਜ਼ ਵੈਲਕਮ। ਜਿਹੜਾ ਵੀ ਆਉਣਾ ਚਾਹੁੰਦਾ ਸਾਰਿਆਂ ਨੂੰ ਲੈਣੇ ਕਿ ਮਾੜਾ ਮੋਟਾ ਸ਼ਾਨ ਨਾਲ ਲਾਉਣੇ, ਦੇਖਦੇ ਹੋ ਅੱਗਾ ਪਿੱਛਾ ਉਹਦਾ ਮਾੜਾ ਮੋਟਾ ਕੁਝ? ਸਾਰਾ ਕੁਝ ਦੇਖਦੇ ਆ ਜੀ। ਠੀਕ ਹੈ ਜੀ, ਦੇਖ ਕੇ ਲੈਣੇ। ਠੀਕ ਹੈ ਜੀ। ਅੱਛਾ ਮੰਤਰੀ ਸਾਹਿਬ, ਮੈਂ ਇੱਕ ਚੀਜ਼ ਹੋਰ ਜ਼ਰੂਰ ਪੁੱਛਣੀ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਆ ਨਾ, ਉਹ ਕਹਿੰਦੇ ਜੀ ਅਸੀਂ ਗੁਜਰਾਤ ਤਾਂ ਜਿੱਤਿਆ ਪਿਆ ਹੀ, ਜਾਣੀ ਕਿ ਸਾਡੇ ਬੰਦਿਆਂ ਦੇ ਉੱਤੇ ਪਰਚੇ ਪੁਰਚੇ ਵੀ ਕਦੇ ਈਡੀ ਦੀ ਕਦੇ ਸੀਬੀਆਈ ਦੀ ਰੇਡ ਤਾਂ ਕਰਾਉਂਦੇ ਆ। ਹਿਮਾਚਲ 'ਚ ਵੀ ਉਹ ਕਹਿੰਦੇ ਜੀ ਅਸੀਂ ਬਹੁਤ ਵਧੀਆ ਜਾਣੀ ਅੱਗੇ ਵਧ ਰਹੇ, ਕਾਂਗਰਸ ਦਾ ਅਸੀਂ ਮਿੱਧ ਦਿੱਤੀ ਹੈ, ਭਾਰਤੀ ਜਨਤਾ ਪਾਰਟੀ ਨੂੰ ਵੀ ਜਿੱਤ ਜਾਣਾ। ਤੁਸੀਂ ਦੋਨਾਂ ਸੂਬਿਆਂ ਦੇ ਵਿੱਚ ਮੰਤਰੀ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਤੇ ਜਾਂਦੇ ਹੋਵੋਗੇ, ਕੀ ਸੱਚੀ ਮੁੱਚੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੀਆਂ ਗੱਲਾਂ ਸੱਚ ਨੇ? ਪਿਛਲੇ ਜਿਹੜੀਆਂ 5 ਸਟੇਟਾਂ ਦੀਆਂ ਇਲੈਕਸ਼ਨਾਂ ਹੋਈਆਂ ਜੀ, ਉਦੋਂ ਵੀ ਇੱਦਾਂ ਹੀ ਕਹਿੰਦੇ ਸੀ। ਠੀਕ ਹੈ ਜੀ। ਯੂਪੀ 'ਚ ਵੀ ਹੋਇਆ, ਉੱਤਰ ਪ੍ਰਦੇਸ਼, ਉੱਤਰਾਖੰਡ 'ਚ ਵੀ ਹੋਇਆ, ਗੋਆ 'ਚ ਕਹਿੰਦੇ ਸਾਡੀ ਸਰਕਾਰ ਬਣੀ ਪਈ ਆ, ਸਾਰੇ ਸਿਕਿਉਰਟੀਆਂ ਜ਼ਬਤ ਹੋਈਆਂ ਨੇ, ਸਾਰਿਆਂ ਦੀ ਸਿਕਿਉਰਟੀਆਂ ਜ਼ਬਤ ਹੋਈਆਂ। ਇੱਕ ਜਾਂ ਦੋ ਜਗ੍ਹਾ MLA ਬੱਚੇ ਹੋਣਗੇ, ਬਾਕੀ ਹਰ ਜਗ੍ਹਾ ਸਿਕਿਉਰਟੀ ਜ਼ਬਤ ਹੋਈ ਹੈ। ਇਹ ਇੱਕ ਪ੍ਰੋਪੇਗੈਂਡਾ ਕਰਦੇ ਨੇ। ਪੰਜਾਬ ਦਾ ਸਾਰਾ ਬਜਟ ਖਿੱਚ ਕੇ ਕੱਢ ਕੇ ਉੱਥੇ ਦੀ ਅਖਬਾਰਾਂ 'ਚ ਐਡ ਦੇਈ ਜਾਂਦੇ ਵੱਡੀਆਂ। ਇਹ ਕਹਿੰਦਾ ਸਿਸਟਮ ਹੈ, ਐਡ ਦਿਓ, ਕਰੋ ਕੁਛ ਨਾ ਹੈ। ਇੱਕ ਇਲੈਕਸ਼ਨ ਹੋਣੀ, ਸਾਹਮਣੇ ਆ ਜਾਣਾ ਸਾਰਾ ਕੁਝ। ਪੰਜਾਬ 'ਚ ਕਿਵੇਂ ਜਿੱਤ ਗਏ? ਦੇਖੋ, ਪੰਜਾਬ 'ਚ ਲੋਕੀ ਕਈ ਹਾਲਾਤ, ਪੰਜਾਬ ਦੇ ਇੱਕ ਸਿਸਟਮ ਹੈ, ਸੈਂਟਰ ਦੀ ਸਰਕਾਰ ਦੂਜੀ ਹੁੰਦੀ ਆ, ਪੰਜਾਬ ਵਾਲੇ ਚੱਲਦੇ ਆਪਣੇ ਹਿਸਾਬ ਨਾਲ, ਸਾਡਾ ਵਹਾ ਦੂਜੇ ਪਾਸੇ ਹੁੰਦਾ, ਦੂਜੇ ਪਾਸੇ ਚੱਲਦੇ ਆ। ਵੈਸੇ ਵੀ ਲੋਕੀ ਟ੍ਰੈਡੀਸ਼ਨਲ ਪਾਰਟੀਆਂ ਤੋਂ ਅੱਕੇ ਹੋਏ ਸੀ। ਲੋਕਾਂ ਦਾ ਜਿਹੜਾ ਫਤਵਾ ਠੀਕ ਹੁੰਦਾ ਹੈ, ਉਹ 'ਤੇ ਫੁੱਲ ਚੜਾਉਣੇ ਚਾਹੀਦੇ ਆ। ਲੋਕੀ ਅਕਾਲੀ ਦਲ ਤੋਂ ਵੀ ਔਖੇ ਸੀ, ਲੋਕੀ ਕਾਂਗਰਸ ਤੋਂ ਵੀ ਔਖੇ ਸੀ, ਲੋਕੀ ਬੀਜੇਪੀ ਦਾ ਹਾਲੇ ਤਾਂ ਐਜੀਟੇਸ਼ਨ ਵੀ ਚੱਲ ਰਹੀ ਸੀ ਕਿਸਾਨਾਂ ਦੀ, ਦੂਜੇ ਪਾਸੇ ਹਾਲੇ ਪੰਜਾਬ 'ਚ ਨਾਲੇ ਯੂਨੀਅਨ ਪਾਰਟਨਰ ਦੇ ਤੌਰ ਤੇ ਅਕਾਲੀ ਨਾਲ ਕੰਮ ਕਰਦੀ, ਉਹਦਾ ਅਸਰ ਵੀ ਸੀ। ਉਹ ਇਸ ਕਰਕੇ ਹਾਲਾਤਾਂ ਦੇ ਵਿੱਚ ਲੋਕੀ ਬਦਲਾਵ ਨੂੰ ਵੋਟਾਂ ਪਾਈਆਂ। ਨੈਗੇਟਿਵ ਵੋਟਿੰਗ ਹੋਈ ਹੈ, ਉਹਨਾਂ ਨੂੰ ਨਹੀਂ ਪਈ ਹੈ। ਆਮ ਆਦਮੀ ਵੋਟ ਨਹੀਂ ਜੀ, ਇਹ ਸਾਰੀਆਂ ਪਾਰਟੀਆਂ ਦੇ ਉਲਟ ਵੋਟ ਸੀ। ਉਲਟ ਵੋਟ ਜਿਹੜਾ ਆਲਟਰਨੇਟਿਵ ਬਣਿਆ, ਉਹਨੂੰ ਵੋਟ ਪੈ ਗਈਆਂ। ਮੰਤਰੀ ਸਾਹਿਬ, ਇੱਕ ਚੀਜ਼ ਮੈਨੂੰ ਜ਼ਰੂਰ ਥੋੜ੍ਹੀ ਜਿਹੀ ਕਲੀਅਰ ਕਰਨ ਦੀ ਕੋਸ਼ਿਸ਼ ਕਰਿਓ, ਜੇ ਕਰ ਸਕੋ ਤਾਂ। ਆਮ ਆਦਮੀ ਪਾਰਟੀ ਨੂੰ ਵੋਟਾਂ ਪੈ ਗਈਆਂ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ, ਸਾਰਿਆਂ ਦਾ ਜ਼ਿਕਰ ਕਾਂਗਰਸ ਦਾ ਕਰਦੇ ਆ। ਅਕਾਲੀ ਦਲ ਬਹੁਤ ਲੰਬੇ ਸਮੇਂ ਤੋਂ ਤੁਹਾਡਾ ਭਾਈਵਾਲ ਰਿਹਾ। ਜਿੱਦਾਂ ਹੀ ਉਹਨਾਂ ਨੇ ਗੱਠਜੋੜ ਤੋਰਿਆ, ਜਿਉਂ ਅੰਦਰਲੀਆਂ ਗੱਲਾਂ ਦੱਸਣ ਲੱਗੇ ਜੀ ਇਹ ਤਾਂ ਧੋਖਾ ਕਰਦੇ ਆ, ਇਹ ਤਾਂ ਜੀ ਪੰਜਾਬ ਦੇ ਹੱਕ 'ਚ ਨਹੀਂ ਹੈ, ਅਸੀਂ ਤਾਂ ਜੀ ਉਸੇ ਵੇਲੇ ਝੰਡਾ ਚੱਕ ਕੇ ਬਾਹਰ ਆ ਗਏ, ਇਹਨਾਂ ਨੇ 3 ਕਾਨੂੰਨ ਬਣਾਉਣੇ ਸੀ, ਅਸੀਂ ਵਿਰੋਧ ਕਰਦੇ ਰਹੇ। ਜਿੰਨੇ ਐਲੀਗੇਸ਼ਨ ਉਹ ਭਾਰਤੀ ਜਨਤਾ ਪਾਰਟੀ ਤੇ ਲਾਉਂਦੇ ਆ, ਕੀ ਸੱਚ ਨੇ? ਦੇਖੋ, ਇਹ ਸਾਡੇ ਨਾਲ ਪਾਰਟਨਰ ਨੇ, ਆਪਣੇ ਸੱਜਣ ਵੀ ਨੇ ਜੀ। ਵੈਸੇ ਇਸ ਗੱਲ 'ਚ ਕੋਈ ਤੱਤ ਹੈ? ਜੋ 3 ਕਾਨੂੰਨ ਬਣੇ ਜੀ, ਉਹਨਾਂ ਨੇ ਇਹਦਾ ਵੈਲਕਮ ਕੀਤਾ ਜੀ, ਔਰ ਟੀਵੀ ਤੇ ਵੀ ਬੋਲੇ। ਇਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਅਦ 'ਚ ਲਿਆਂਦਾ ਇਹਨਾਂ ਨੇ, ਟੀਵੀ ਤੇ ਬੋਲੇ ਵੀ ਬਹੁਤ ਵਧੀਆ ਕਾਨੂੰਨ ਨੇ, ਲੋਕਾਂ ਨੂੰ ਭੁਲੇਖਾ ਨਾ ਖਾਓ, ਕਿਸਾਨਾਂ ਦਾ ਭਲਾ ਹੀ ਨਾ ਕਾਨੂੰਨਾਂ ਕਰਕੇ। ਮੋਦੀ ਸਾਹਿਬ ਨੇ ਜਦੋਂ ਵਿਡਰਾ ਕੀਤੇ ਕਾਨੂੰਨ, ਉਦੋਂ ਵੀ ਕਿਹਾ ਵੀ ਕਾਨੂੰਨ ਅਸੀਂ ਵਧੀਆ ਬਣਾਏ ਸੀ, ਪਰ ਸਾਡੀ ਗਲਤੀ ਹੈ ਵੀ ਅਸੀਂ ਪ੍ਰੋਪਰਲੀ ਕਨਵੇ ਨਹੀਂ ਕਰ ਸਕੇ, ਪ੍ਰੋਪਰਲੀ ਲੋਕਾਂ ਨੂੰ ਦੱਸ ਨਹੀਂ ਸਕੇ ਤੁਹਾਡਾ ਭਲਾ ਇਸ ਕਾਨੂੰਨ, ਇਸ ਕਰਕੇ ਅਸੀਂ ਵਾਪਸ ਲੈਂਦੇ ਹਾਂ। ਔਰ ਇਹ ਅਕਾਲੀ ਦਲ ਨੇ ਤਾਂ ਬਾਅਦ ਵਿੱਚ ਜਦੋਂ ਲੋਕਾਂ ਤੋਂ ਡਰਦੇ ਆ ਜੀ, ਉਹਨਾਂ ਆਪਣਾ ਦੂਜੇ ਪਾਸੇ ਯੂ ਟਰਨ ਲਈ ਆ। ਸਪਸ਼ਟ ਤੌਰ ਤੇ ਇਹਨਾਂ ਨੇ
2 ਮਹੀਨੇ ਲੋਕਾਂ ਜਾ ਕੇ ਕਹਿੰਦੇ ਰਹੇ ਕਾਨੂੰਨ ਵਧੀਆ, ਕਾਨੂੰਨ ਵਧੀਆ। ਇਹਨਾਂ ਨੂੰ ਪੂਰਾ ਸਮਝਾਇਆ ਸੀ ਕਿ ਆਹ ਕਾਨੂੰਨ ਨੇ, ਦੱਸਿਆ ਹੋਇਆ ਸੀ? ਅਨਪੜ੍ਹ ਨੇ, ਠੀਕ ਹੈ, ਇਹਨੇ ਪੜ੍ਹ ਕੇ ਲਿਖ ਕੇ ਫਿਰ ਹੀ ਲੋਕਾਂ 'ਚ ਗਏ ਨੇ, ਲੋਕਾਂ ਨੇ ਪ੍ਰੋਪੇਗੈਂਡਾ ਕਰਦੇ ਰਹੇ ਨੇ ਕਾਨੂੰਨ ਵਧੀਆ ਨੇ, ਕਾਨੂੰਨ ਵਧੀਆ ਨੇ। ਆਲ ਅਫਸਰ ਨੇ ਚੇਂਜ ਕਰ ਲਿਆ। ਧੋਖੇ ਵਾਲੀ ਗੱਲ ਤਾਂ ਹਲੇ ਵੀ ਅੱਜ ਵੀ ਉਹਨਾਂ ਦੇ ਚਲੋ ਗੱਲ ਕੀ ਕਰ ਰਹੇ ਆ, ਇਹਨਾਂ ਦਾ ਗੁਜ਼ਾਰਾ ਹੀ ਨਹੀਂ ਹੈ ਬਿਨਾਂ ਬੀਜੇਪੀ ਤੋਂ। ਉਹਨਾਂ ਨੂੰ ਅਹਿਸਾਸ ਵੀ ਹੈ, ਪਰ ਬੀਜੇਪੀ ਤਾਂ ਸੋਚ ਸਮਝ ਕੇ ਸਮਝੌਤੇ ਦੀ ਗੱਲ ਕਰੇਗੀ ਜੀ। ਮੈਂ ਮੰਤਰੀ ਸਾਹਿਬ ਇੱਕ ਚੀਜ਼ ਨਾ ਕਦੇ ਮਨ 'ਚ ਬੈਠੇ ਆਉਂਦਾ ਹੁੰਦਾ ਕਿ ਭਾਈ ਪੰਜਾਬ ਵਧੀਆ ਹੋਣਾ ਚਾਹੀਦਾ, NRI ਆਉਣਾ ਚਾਹੁੰਦੇ ਆ, ਇਨਵੈਸਟਮੈਂਟ ਵੀ ਕਰਨਾ ਚਾਹੁੰਦੇ, ਸਭ ਕੁਝ ਕਰਨਾ ਚਾਹੁੰਦੇ ਆ ਪੰਜਾਬ। ਤੁਹਾਨੂੰ ਪਤਾ ਤੁਹਾਡੇ ਹਲਕੇ ਦੇ ਬਹੁਤ ਸਾਰੇ ਲੋਕ ਵਿਦੇਸ਼ 'ਚ ਨੇ। ਤੁਸੀਂ ਜਿਸ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਦੇ ਹੋ, ਉਹ ਕੰਢੀ ਇਲਾਕਾ ਵੀ ਆ, ਨੀਮ ਪਹਾੜੀ ਇਲਾਕਾ ਵੀ ਆ। ਕਦੇ ਐਂ ਲੱਗਦਾ ਹੁੰਦਾ ਕਿ ਉੱਥੇ ਟੂਰਿਜ਼ਮ ਵੀ ਡਿਵੈਲਪ ਹੋ ਸਕਦਾ, ਬਹੁਤ ਕੁਝ ਉੱਥੇ ਹੋ ਸਕਦਾ, ਧਾਰਮਿਕ ਸਥਾਨ ਵੀ ਨੇ, ਸੁੱਖ ਨਾਲ ਬਹੁਤ ਕੁਝ ਹੈਗਾ। ਕੀ ਉਹ ਕਿਸੇ ਖਾਤੇ 'ਚ ਹੈਗਾ? ਕਿਉਂਕਿ ਠੀਕ ਹੈ, ਤੁਸੀਂ ਕਹਿ ਸਕਦੇ ਹੋ ਕਿ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਕਿਉਂਕਿ ਕੇਂਦਰ ਸਰਕਾਰ ਦੇ ਕੋਲੇ, ਮੈਂ ਜਦੋਂ ਪੋਲੀਟੀਕਲ ਸਾਇੰਸ ਪੜ੍ਹਦਾ ਸੀ ਗ੍ਰੈਜੂਏਸ਼ਨ ਦੇ ਵਿੱਚ, ਤਾਂ ਉਦੋਂ ਇਹ ਸੀਗਾ ਕਿ ਭਾਵੇਂ ਵੰਡੀਆਂ ਹੋਈਆਂ ਸ਼ਕਤੀਆਂ ਨੇ, ਪਰ ਕੇਂਦਰ ਸਰਕਾਰ ਸੁਪਰੀਮ ਹੈਗੀ ਹੈ ਕਿਤੇ ਨਾ ਕਿਤੇ, ਉਹ ਬਹੁਤ ਕੁਝ ਕਰ ਸਕਦੀ ਹੈ, ਕਿਉਂਕਿ ਮਨਾ ਥੋੜ੍ਹੀ ਕਰਨਗੇ। ਕੀ ਉੱਥੇ ਪੰਜਾਬ ਦੇ ਪ੍ਰਤੀਨਿਧ ਹੋਣ ਦੇ ਨਾਤੇ ਦੇਖੋ, ਜੋ ਜਿੰਨਾ ਵੀ ਸਟੇਟਾਂ 'ਚ ਹੁਣ ਚੱਲ ਰਿਹਾ ਜੀ, ਸੈਂਟਰਲੀ ਸਪਾਂਸਰਡ ਸਕੀਮਾਂ ਥੱਲੇ ਹਜ਼ਾਰਾਂ ਕਰੋੜ ਰੁਪਇਆ ਹਰ ਦੂਜੇ ਨੂੰ ਮਿਲਦਾ ਹੈ, ਜ਼ਿਲ੍ਹੇ ਨੂੰ ਮਿਲਦਾ ਹੈ ਜੀ। ਮੈਂ ਇਹ ਦੇਖ ਰਿਹਾ, ਇਹ ਚਾਹੇ ਕਿਸਾਨਾਂ ਲਈ ਹੋਵੇ, ਚਾਹੇ ਇਰੀਗੇਸ਼ਨ ਦਾ ਕੰਮ ਹੋਵੇ, ਚਾਹੇ ਪਾਣੀ ਦਾ ਹੋਵੇ, ਚਾਹੇ ਹੈਲਥ ਦਾ ਹੋਵੇ, ਚਾਹੇ ਬੱਚਿਆਂ ਦਾ ਹੋਵੇ, ਚਾਹੇ ਕੋਈ ਵੀ ਹੋਵੇ, ਸਾਰੀਆਂ ਸੈਂਟਰਲੀ ਸਪਾਂਸਰਡ ਸਕੀਮਾਂ ਚੱਲਦੀਆਂ। ਔਰ ਜਿੰਨਾ ਦੂਜਾ ਕੋਈ ਕੰਮ ਇਨਵੈਸਟਮੈਂਟ ਹੋ ਰਹੀ ਸੈਂਟਰ ਦੀ ਹੋ ਰਹੀ, ਪੰਜਾਬ ਦੇ ਕੋਲੇ ਤਾਂ ਆਪਣੀ ਤਨਖਾਹ ਜੋ ਦੇਣ ਜੋਗੇ ਪੈਸੇ ਹੈ ਨਹੀਂ। ਕੇਂਦਰ ਪੈਸੇ ਭੇਜਦਾ ਲਗਾਤਾਰ? ਬਿਲਕੁਲ, ਸੈਂਟਰਲੀ ਸਕੀਮਾਂ ਚੱਲਦੀਆਂ, ਹਰ ਮਹੀਨੇ ਅਸੀਂ ਰਿਵਿਊ ਕਰਦੇ ਇੱਥੇ ਆ ਕੇ। ਇਹਨਾਂ ਨੂੰ ਪਤਾ ਹੀ ਹੈ, ਐਵੇਂ ਆਪਣਾ ਕਹੀਆ ਜਿਹੜਾ ਰਾਸ਼ਨ ਪਾਣੀ ਸਾਰਾ ਫਰੀ 80 ਕਰੋੜ ਲੋਕਾਂ ਨੂੰ, ਪੰਜਾਬ 'ਚ 1 ਕਰੋੜ 42 ਲੱਖ ਲੋਕਾਂ ਨੂੰ ਫਰੀ ਰਾਸ਼ਨ ਮਿਲਦਾ ਜੀ, ਉਹੀ ਦੇ ਰਹੇ ਆ। ਦੇਖੋ, ਹਰ ਘਰ ਜਲ, ਹਰ ਘਰ ਨਾਲ ਉਹ 'ਚ ਪਾਣੀ, ਟੂਟੀ ਦਾ ਪਾਣੀ ਹਰ ਘਰ 'ਚ ਜਾਣਾ, ਇਹ ਸਕੀਮ ਸ਼ੁਰੂ ਕੀਤੀ ਹੈ, ਸਰ ਜਾ ਰਹੀ ਹੈ। ਸੋ ਇਨਵੈਸਟਮੈਂਟ ਜਿਹੜੀ ਪਿੰਡਾਂ ਦਾ, ਸ਼ਹਿਰਾਂ ਦਾ ਵਿਕਾਸ, ਸਵੱਛ ਭਾਰਤ 'ਚ ਕਰੋੜਾਂ ਰੁਪਇਆ ਸਾਰੇ ਕਾਰਪੋਰੇਸ਼ਨਾਂ ਕਮੇਟੀਆਂ ਨੂੰ ਮਿਲ ਰਿਹਾ, ਔਰ ਇਕਵਿਪਮੈਂਟ ਵੀ ਮਿਲ ਰਿਹਾ। ਤੋ ਭਾਰਤ ਸਰਕਾਰ ਦੀ ਜਿੱਦੀ ਕੋਸ਼ਿਸ਼ ਹੈ, ਵਿਕਾਸ ਦਾ ਜੋ ਕੰਮ ਹੋ ਰਿਹਾ ਉਹ ਬਹੁਤ ਤੇਜ਼ੀ ਨਾਲ ਜੇ ਹੋ ਰਿਹਾ ਤਾਂ ਸੈਂਟਰ ਦੀ ਸਕੀਮਾਂ ਕਰਕੇ। ਔਰ ਸੈਂਟਰ ਜਿਹੜਾ ਪੈਸਾ ਸਟੇਟਾਂ ਦਾ ਆਪਣਾ ਸ਼ੇਅਰ, ਉਹਦਾ ਸੈਂਟਰ ਜਿਹਨੇ ਟੈਕਸ ਲੱਗਦੇ ਨੇ ਜੀ, ਉਹ 'ਚ ਪਹਿਲਾਂ 32% ਹਿੱਸਾ ਮਿਲਦਾ ਸੀ ਸਟੇਟਾਂ ਨੂੰ, ਹੁਣ ਇਹ ਸਰਕਾਰ ਨੇ 40% ਦਿੱਤਾ। 40% ਸ਼ੇਅਰ ਤਾਂ ਉਹਨੂੰ ਇੱਕ ਪਾਸੇ ਆ ਹੀ ਜਾਂਦਾ, ਫਿਰ ਸੈਂਟਰਲੀ ਸਕੀਮਾਂ ਦਾ ਸੈਪਰੇਟ ਪੈਸਾ ਹੁੰਦਾ। ਬਹੁਤ ਵੱਡਾ ਪੈਸਾ ਸਟੇਟਾਂ ਨੂੰ ਮਿਲਦਾ, ਵਿਕਾਸ ਹੋ ਰਿਹਾ, ਵਿਕਾਸ ਚੱਲ ਵੀ ਰਿਹਾ, ਪਿੰਡਾਂ ਦਾ ਵੀ ਚੱਲ ਰਿਹਾ, ਸ਼ਹਿਰਾਂ ਦਾ ਵੀ ਚੱਲ ਰਿਹਾ। ਠੀਕ ਹੈ ਜੀ। ਮੰਤਰੀ ਸਾਹਿਬ, ਮੈਨੂੰ ਇੱਕ ਗੱਲ ਜ਼ਰੂਰ ਦੱਸਣਾ, ਫੂਡ ਪ੍ਰੋਸੈਸਿੰਗ ਮਹਿਕਮਾ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਕੋਲੇ ਸੀ। ਸਾਡਾ ਜੀ ਕਰਦਾ ਹੁੰਦਾ, ਜਿਸ ਦੁਆਬੇ ਨੂੰ ਤੁਸੀਂ ਬਿਲੋਂਗ ਕਰਦੇ ਹੋ, ਉੱਥੇ ਆਲੂ ਹੁੰਦਾ, ਜਲੰਧਰ ਚਲਾ ਲਓ, ਕਪੂਰਥਲੇ ਚਲਾ ਲਓ, ਬਹੁਤ ਸਾਰੇ ਜਗ੍ਹਾ ਤੇ ਸਾਨੂੰ ਐਂ ਲੱਗਦਾ ਹੁੰਦਾ ਅੱਜ ਪੰਜਾਬ ਦਾ ਆਲੂ ਹੀ ਕਿਉਂ ਵਿਕੇ, ਪੰਜਾਬ ਦਾ ਆਲੂ ਚਿਪਸ ਬਣ ਕੇ ਵਿਕੇ, ਇੱਥੇ ਥੋੜ੍ਹਾ ਜਿਹਾ ਪ੍ਰੋਸੈਸਿੰਗ ਹੋਵੇ। ਕਿੰਨੂ ਹੁਸ਼ਿਆਰਪੁਰ 'ਚ ਵੀ ਹੁੰਦਾ, ਉਧਰਲੇ ਪਾਸੇ ਅਬੋਹਰ ਫਾਜ਼ਿਲਕਾ ਵਾਲੇ ਪਾਸੇ ਵੀ ਹੁੰਦਾ ਕਿ ਅਸੀਂ ਇਕੱਲਾ ਕਿੰਨੂ ਨਾ ਵੇਚੀਏ, ਸਾਡੇ ਕਿੰਨੂ ਦਾ ਜੂਸ ਨਿਕਲ ਕੇ ਪੈਕ ਹੋ ਕੇ ਜਾਵੇ। ਬਹੁਤ ਸਾਰੀਆਂ ਹੋਰ ਚੀਜ਼ਾਂ ਨੇ, ਗੰਨੇ ਤੋਂ ਕਈ ਕੁਝ ਬਣ ਸਕਦਾ। ਪਤਾ ਨਹੀਂ ਕੀ ਗੱਲ ਹੈ ਕਿ ਅਸੀਂ ਤਾਂ ਗੰਨੇ ਦੇ ਪੈਸੇ ਦੇ ਲੜਦੇ ਰਹਿੰਦੇ ਹਮੇਸ਼ਾ ਕਿ ਸਾਨੂੰ ਗੰਨੇ ਦੇ ਪੈਸੇ ਦੇ ਦਿਓ। ਐਸੀ ਗੱਲ ਨਹੀਂ ਹੈ। ਦੇਖੋ, 2 ਫੂਡ ਪਾਰਕ ਪੰਜਾਬ 'ਚ ਆਏ ਨੇ, ਇੱਕ ਲੁਧਿਆਣੇ, ਇੱਕ ਫਗਵਾੜੇ ਵਿੱਚ ਹਰਿਆਣਾ ਜੱਟਾ। ਠੀਕ ਹੈ ਜੀ, ਤੁਹਾਡੇ ਹਲਕੇ 'ਚ? ਹਾਂ, ਮੇਰੇ ਹਲਕੇ 'ਚ ਚੱਲ ਰਿਹਾ। ਉੱਥੇ ਸਟਾਰਚ ਮਿਲ ਲੱਗੀ ਵੱਡੀ, ਸਰਦਾਨਾ ਜੀ ਨੇ ਲਾਈ ਹੈ, ਉਹਨਾਂ ਨੇ ਫੂਡ ਪਾਰਕ ਪ੍ਰਾਈਵੇਟ ਬਣਿਆ, ਉਹ ਫੂਡ ਪ੍ਰੋਸੈਸਿੰਗ ਮਹਿਕਮੇ ਥੱਲੇ ਹੈ। ਉਹ 50% ਜਿਹੜੀ ਸਾਰੀ ਡਿਵੈਲਪਮੈਂਟ ਦਾ ਖਰਚਾ ਸੈਂਟਰ ਨੇ ਦਿੱਤਾ ਔਰ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ। ਉਹ ਹੋਰ ਇੰਡਸਟਰੀ ਉਹਦੇ ਨਾਲ ਜਿਹੜਾ ਵੀ ਲਾਉਣਾ ਚਾਹੇ ਉੱਥੇ ਲਾ ਸਕਦਾ, ਪਰ ਜਗ੍ਹਾ ਕਾਫੀ ਖਾਲੀ ਪਈ ਹੈ। ਇੱਧਰ ਲੁਧਿਆਣੇ ਵਾਲੇ ਵਿੱਚ ਵੀ ਖਾਲੀ ਪਈ ਹੈ, ਯੂਨਿਟ ਜਿਹੜਾ ਵੀ ਲਾਉਣਾ ਚਾਹੇ ਲਾ ਰਹੇ ਆ। ਇੱਥੇ ਮੇਰੇ ਖਿਆਲ ਹੋਰ ਇੱਕ ਯੂਨਿਟ ਲੱਗ ਰਿਹਾ, ਬੜੀ ਤੇਜ਼ੀ ਨਾਲ ਅਗਲੇ ਸਾਲ ਤੱਕ ਉਹ ਤਿਆਰ ਹੋ ਜਾਏਗਾ। ਸੋ ਫੂਡ ਪ੍ਰੋਸੈਸਿੰਗ ਮਹਿਕਮੇ ਦੇ 2 ਯੂਨਿਟ ਤਾਂ ਇੱਥੇ, ਇੱਕ ਮੇਰੇ ਖਿਆਲ ਕੋਈ ਹੋਰ ਵਾਲੇ ਪਾਸੇ ਵੀ ਫੂਡ ਲੱਗਿਆ ਹੋਇਆ, 3 ਜਿਹੜੇ ਫੂਡ ਪ੍ਰੋਸੈਸਿੰਗ ਦੇ ਯੂਨਿਟ ਲੱਗੇ ਤੇ, ਔਰ ਬੜੀ ਚੰਗੀ ਤਰ੍ਹਾਂ। ਇਹ ਤੁਸੀਂ ਸਿੱਧੇ ਲਾ ਸਕਦੇ ਹੋ ਨਾ ਕਿ ਸੂਬਾ ਸਰਕਾਰ ਨੂੰ ਇਨੀਸ਼ੀਏਟਿਵ ਲੈਣਾ ਪੈਂਦਾ? ਨਹੀਂ, ਉਹਦੇ ਵਿੱਚ ਇਸ ਤਰ੍ਹਾਂ ਹੈ, ਉਹਦੇ ਵਿੱਚ ਕੋਈ ਵੀ ਪ੍ਰਾਈਵੇਟ ਬੰਦਾ ਲਾਣਾ ਚਾਹੇ ਜਾਂ ਸਰਕਾਰ ਲਾਣੀ ਚਾਹੇ, ਉਹ 'ਤੇ ਅਪਲਾਈ ਕਰਦੇ ਆ, ਉਹਨੂੰ ਪ੍ਰੋਸੈਸ ਹੁੰਦਾ,
ਉਹ ਲਾ ਸਕਦਾ। ਮੰਤਰੀ ਸਾਹਿਬ ਕਦੇ ਕਦੇ ਹੋ ਸਕਦਾ ਕੋਈ ਬੰਦੇ ਤੁਹਾਡੇ ਜਾਣਕਾਰ ਆਉਂਦੇ ਹੁਣ ਕਿ ਅਸੀਂ ਜੀ ਇਨਵੈਸਟਮੈਂਟ ਕਰਨੀ ਹੈ, ਤੁਸੀਂ ਮਾੜਾ ਮੋਟਾ ਕਹਿ ਦਿਆ ਕਰੋ ਪੰਜਾਬ 'ਚ ਆ ਜਾਓ, ਆਪਾਂ ਕੁਛ ਨਾ ਕੋਈ ਮਾਹੌਲ ਕ੍ਰੀਏਟ ਕਰਦੇ ਹਾਂ, ਸਿਫਾਰਿਸ਼ ਸਾਡੀ ਕਰ ਦਿਆ ਕਰੋ। ਉਹ ਕਹਿੰਦੇ ਮਾਹੌਲ ਤਾਂ ਦੂਜਾ ਕਰਿਆ ਤੇ ਲੰਘ ਸਕਦੇ ਨਹੀਂ ਹੈ ਅੱਗੇ ਧਰਨਾ ਮਾਰ ਕੇ ਬੈਠ ਜਾਂਦੇ ਆ। ਤੁਸੀਂ ਬਾਹਰ ਤੋਂ ਆਏ, ਤੁਸੀਂ ਬਾਹਰ ਰਹਿਣੇ ਲੋਕਾਂ ਨੂੰ ਪ੍ਰੇਰਿਤ ਕਰੋ ਪੰਜਾਬ 'ਚ ਆਉਣ। ਠੀਕ ਹੈ ਜੀ, ਅੱਛੀ ਗੱਲ ਹੀ ਹੈ। ਠੀਕ ਹੈ ਜੀ। ਦੇਖੋ ਪੰਜਾਬ ਸਾਡੀ ਮਾਤਰ ਭੂਮੀ ਹੈ ਜੀ, ਇੱਥੇ ਅਸੀਂ ਜੰਮੇ ਪਲੇ, ਇਸ ਦੀ ਹਵਾ ਅਸੀਂ ਵਧੇ ਹਾਂ ਫੁੱਲੇ ਹਾਂ, ਤੇ ਸਾਡਾ ਫਰਜ਼ ਬਣਦਾ ਹੈ ਕੁਝ ਨਾ ਕੁਝ ਕਰੀਏ। ਤੁਸੀਂ ਵੀ ਕਰੋ, ਅਸੀਂ ਵੀ ਯਤਨ ਕਰਦੇ। ਠੀਕ ਹੈ ਜੀ। ਮੰਤਰੀ ਸਾਹਿਬ ਮੈਂ ਇੱਕ ਆਖਰੀ ਇੱਕ ਦੋ ਸਵਾਲ ਹੀ ਨੇ ਹੁਣ। ਤੁਸੀਂ ਜਿਹੜੇ ਹਲਕੇ ਤੋਂ ਇਲੈਕਸ਼ਨ ਲੜੀ, ਬਹੁਤ ਸਾਰੇ ਕਿਸਾਨ ਨੇ ਉੱਥੇ, ਤੁਹਾਨੂੰ ਵੀ ਪਤਾ ਕਿ ਸਮੱਸਿਆ ਕਿਤੇ ਨਾ ਕਿਤੇ ਹੈਗੀ ਆ। ਹੁਣੇ ਫਗਵਾੜੇ ਵਾਲੀ ਗੰਨਾ ਮਿਲ ਦੇ ਮੂਹਰੇ ਧਰਨਾ ਕਿਸਾਨਾਂ ਨੇ ਲਾਇਆ, ਸਾਨੂੰ ਪੈਸੇ ਦੇ ਦਿਓ। ਇਹਦਾ ਮਤਲਬ ਕਿ ਕਿਸਾਨ ਨੇ ਪਹਿਲਾਂ ਗੰਨਾ ਬੀਜਿਆ, ਸਾਲ ਸਾਰਾ ਇੱਕ ਪੈਦਾ ਕੀਤਾ, ਮੁੜ ਕੇ ਮਿਲ ਦੇ ਵਿੱਚ ਵੇਚਿਆ, ਪੈਸੇ ਫੇਰ ਨਾ ਮਿਲੇ, ਵਿਚਾਰਾ ਕਿੱਥੇ ਜਾਊਗਾ ਨਾ। ਕੀ ਲੱਗਦਾ ਨਹੀਂ ਕਿ ਜਿਹੜੀਆਂ ਹੋਰ ਫਸਲਾਂ ਨੇ ਕਣਕ ਝੋਨੇ ਤੋਂ ਬਿਨਾਂ, ਕਿ ਉਹਨਾਂ ਫਸਲਾਂ ਦਾ ਕੋਈ MSP ਦਾ, ਕੋਈ ਸਰਕਾਰੀ ਖਰੀਦ ਦਾ ਥੋੜ੍ਹਾ ਬਹੁਤ ਕਿਤੇ ਪ੍ਰਬੰਧ ਹੋ ਜੇ? ਤੁਹਾਨੂੰ ਲੱਗਦਾ ਕਿਸਾਨ ਔਖੇ ਨੇ? ਦੇਖੋ MSP ਪੰਜਾਬ ਵਿੱਚ ਹੀ ਸਭ ਤੋਂ ਜ਼ਿਆਦਾ ਲੱਗ ਰਹੀ ਹੈ। ਕਣਕ ਤੇ ਝੋਨਾ ਸਾਡੇ ਮੇਨ ਫਸਲਾਂ ਨੇ, ਮੇਨ ਫਸਲਾਂ ਹੀ ਇਹ ਨੇ ਜੀ। ਇੱਥੇ 100% ਜਿਹੜੀ ਜਿੰਨੀ ਵੀ ਸਾਰਾ ਖਰੀਦਿਆ ਜਾਂਦਾ। ਔਰ MSP ਸਵਾਮੀਨਾਥਨ ਕਮੇਟੀ ਦੇ ਮੁਤਾਬਕ ਸਭ ਤੋਂ ਜ਼ਿਆਦਾ ਪ੍ਰਾਈਸ ਜੇ ਰਾਈਜ਼ ਹੋਇਆ MSP ਦੇ ਵਿੱਚ ਮੋਦੀ ਸਾਹਿਬ ਨੇ ਆ ਕੇ ਕੀਤਾ। ਸੋ MSP ਦਾ ਕੰਮ ਬਹੁਤ ਵਧੀਆ। ਕਿਸਾਨਾਂ ਦੀ ਆਮਦਨ ਵਧਣ ਲਈ ਸਰਕਾਰ ਕੋਸ਼ਿਸ਼ ਕਰਦੀ ਹੈ। ਸਰਕਾਰ ਹਰ ਕਿਸਾਨ ਦੇ ਖਾਤੇ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, 6000 ਰੁਪਏ ਸਾਲ ਦਾ ਪਾਉਂਦੀ ਹੈ। ਮੈਂ ਹੁਸ਼ਿਆਰਪੁਰ ਦੀ ਰਿਵਿਊ ਕਰ ਰਿਹਾ ਸੀ, 2 ਅਰਬ ਤੋਂ ਵੱਧ ਰੁਪਈਆ ਕਿਸਾਨਾਂ ਦੇ ਖਾਤਿਆਂ ਅਸੀਂ ਪਾ ਚੁੱਕੇ। ਸਿਰਫ ਹੁਸ਼ਿਆਰਪੁਰ 'ਚ ਹਰ ਸੂਬੇ 'ਚ ਕਬੂਤਰੇ 'ਚ 1 ਅਰਬ 75 ਕਰੋੜ ਰੁਪਏ ਮੇਰਾ ਪਾਇਆ ਹੋਣਾ। ਸੋ ਇਹ ਆਪਾਂ ਨੂੰ ਪੰਜਾਬ ਵਾਲੇ 6000 ਨੂੰ ਉਹ ਤਾਂ ਸਮਝਦੇ ਨਹੀਂ ਹੈ, ਦੂਜੇ ਸੂਬਿਆਂ ਜਾਓ ਤਾਂ ਉਹ ਸਮਝਦੇ ਨੇ ਬਹੁਤ ਵੱਡਾ ਅਮਾਊਂਟ ਸਾਨੂੰ ਮਿਲ ਰਿਹਾ, ਉਹਦੀ ਵੈਲਿਊ ਸਮਝਦੇ ਨੇ। ਸੋ ਜਿਹੜਾ ਵੀ ਕੋਈ ਕੁਛ ਕਰਨਾ ਹੋਵੇ, ਚਾਹੇ MSP ਦੀ ਗੱਲ ਹੋਵੇ, MSP ਵਧਾਈ ਹੈ, ਚਾਹੇ ਕਿਸਾਨਾਂ ਦੀ ਮਦਦ ਕਰਨੀ ਹੋਵੇ, ਚਾਹੇ ਖਾਦ ਦੀ ਵਿੱਚ ਸਬਸਿਡੀ ਦੀ ਗੱਲ ਹੋਵੇ, ਉਹ ਸਰਕਾਰ ਦਿੰਦੀ ਹੈ। ਔਰ ਅਗਲੇ ਆਉਣ ਵਾਲੇ ਸਿਸਟਮ 'ਚ ਤਾਂ ਦੇਖੋ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਐਸਾ ਸਿਸਟਮ ਬਣਾਈਏ ਵੀ ਖਾਦ ਦੀ ਜ਼ਰੂਰਤ ਹੀ ਘੱਟ ਪਵੇ। ਡਰੋਨ ਦੇ ਨਾਲ, ਜਿਹੜੇ ਡਰੋਨ ਟੈਕਨੋਲੋਜੀ ਆਲੇ 4-5 ਸਾਲਾਂ 'ਚ ਬਹੁਤ ਤੇਜ਼ੀ ਨਾਲ ਆਏਗੀ। ਸੈਂਟਰ ਗੌਰਮੈਂਟ ਤੇ ਕਾਫੀ ਕੁਛ ਕੰਮ ਕਰ ਰਹੀ ਹੈ। ਸੋ ਜਿਹੜੀ ਖਾਦ ਵਗੈਰਾ ਹੈ ਉਹ ਤਾਂ 1/4 ਕੀਮਤ ਤੇ ਵੀ ਤੋਂ ਵੀ ਘੱਟ ਕੀਮਤ ਤੇ ਉਹ ਖਾਦ ਦਾ ਕੰਮ ਚੱਲ ਸਕਦਾ। ਸੋ ਕੋਸ਼ਿਸ਼ ਹੈ ਭਾਰਤ ਸਰਕਾਰ ਦੀ ਨਵੇਂ ਤਕਨੀਕ ਦੇ ਨਾਲ ਖੇਤੀ ਕਰੀਏ, ਕਿਸਾਨ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਮੈਂ ਕੱਲ ਰਾਹੁਲ ਗਾਂਧੀ ਹੋਰਾਂ ਦੀ ਉਹ ਜਿਹੜੀ ਪੈਦਲ ਯਾਤਰਾ ਕਰ ਰਿਹਾ ਭਾਰਤ ਜੋੜੋ, ਮੈਂ ਉਹਨਾਂ ਦਾ ਇੱਕ ਬਿਆਨ ਸੁਣ ਰਿਹਾ ਸੀ। ਕਹਿੰਦੇ ਜੀ ਕਿ ਮੋਦੀ ਸਾਹਿਬ ਦੀ ਸਰਕਾਰ ਨੇ ਤਾਂ 2 ਇੰਡਸਟਰੀ ਵਾਲੇ ਜਿਹੜੇ ਸਾਰਾ ਕੁਝ ਉਹਨਾਂ ਦੇ ਢਿੱਡ 'ਚ ਹੀ ਪਾਤਾ, ਆਮ ਛੋਟਾ ਇੰਡਸਟਰੀ ਵਾਲਾ ਬਰਬਾਦ ਹੀ ਕਰਤਾ। ਕਮੈਂਟ ਦਿਓ। ਦੇਖੋ ਕਮੈਂਟ ਤਾਂ ਇਹੀ ਹੈ ਵਿੱਚ ਵਰਲਡ ਬੈਂਕ ਦੀ ਗੱਲ ਸੁਣੋ। ਵਰਲਡ ਬੈਂਕ ਕਹਿੰਦਾ ਇੰਡੀਆ ਸਭ ਤੋਂ ਫਾਸਟੈਸਟ ਗਰੋਇੰਗ ਇਕਾਨਮੀ ਹੈ। ਵਰਲਡ ਬੈਂਕ ਕਹਿੰਦਾ ਇੰਡੀਆ ਬੈਸਟ ਡੈਸਟੀਨੇਸ਼ਨ ਹੈ ਫਾਰ ਇੰਡਸਟਰੀਜ਼। ਵਰਲਡ ਬੈਂਕ ਇਹ ਵੀ ਕਹਿੰਦਾ ਕਿ ਸਭ ਤੋਂ ਜ਼ਿਆਦਾ ਨਿਰਯਾਤ ਇੰਡੀਆ 'ਚ ਹੋ ਰਿਹਾ। ਵਰਲਡ ਬੈਂਕ ਇਹ ਵੀ ਕਹਿੰਦਾ ਕਿ ਇੱਥੇ FDI ਪੰਜਾਬ 'ਚ ਇੰਡੀਆ 'ਚ ਸਭ ਤੋਂ ਜ਼ਿਆਦਾ ਲੱਗ ਰਹੀ ਹੈ। ਦੀਜ਼ ਆਰ ਦੀ ਇੰਡੀਕੇਟਰਸ ਆਫ ਡਿਵੈਲਪਮੈਂਟ। ਇਹ ਵਰਲਡ ਬੈਂਕ ਇਹ ਕਹਿੰਦਾ ਵੀ ਇੰਡੀਆ ਨੇ ਆਉਣ ਵਾਲੇ ਸਮੇਂ 'ਚ ਡਿਵੈਲਪਿੰਗ ਕੰਟਰੀ ਤੋਂ ਡਿਵੈਲਪਡ ਕੰਟਰੀ ਬਣ ਜਾਣਾ। ਸਾਡਾ ਟੀਚਾ ਵੀ ਹੈ ਆਤਮ ਨਿਰਭਰ ਭਾਰਤ ਦਾ, ਔਰ 2047 ਤੱਕ ਅਗਲੇ 25 ਸਾਲਾਂ 'ਚ ਭਾਰਤ ਇੱਕ ਵਿਸ਼ਵ ਗੁਰੂ ਬਣੇ, ਲੋਕਾਂ ਨੂੰ ਲੀਡ ਕਰੇ, ਵਿਕਸਿਤ ਦੇਸ਼ ਬਣੇ ਜੀ, ਸਭ ਨੂੰ ਪਿੱਛੇ ਛੱਡ ਕੇ। ਠੀਕ ਹੈ। ਸੋ ਸਾਡਾ ਟੀਚਾ ਹੈ। ਰਾਹੁਲ ਗਾਂਧੀ ਕੀ ਕਹਿੰਦਾ ਉਹਦੀ ਗੱਲ ਨੂੰ ਛੱਡੋ, ਦੁਨੀਆ ਕੀ ਕਹਿੰਦੀ ਹੈ ਜੀ। ਅੱਜ ਪ੍ਰਧਾਨ ਮੰਤਰੀ ਨੂੰ ਸਾਰੀ ਦੁਨੀਆ ਲੀਡਰ ਮੰਨਦੀ ਹੈ, ਉਹਦੀ ਸਲਾਹ ਲੈਂਦੀ ਹੈ, ਉਹਦੇ ਵਿਜ਼ਨ ਨੂੰ ਲੋਕੀ ਸਟੱਡੀ ਕਰਦੇ ਨੇ, ਕਿਸ ਤਰ੍ਹਾਂ ਉਹਨਾਂ ਦੇਸ਼ ਨੂੰ ਚਲਾ ਰਹੇ ਨੇ। ਜਦ 135 ਕਰੋੜ ਲੋਕਾਂ ਦੇ ਵਿੱਚ ਕੋਵਿਡ ਵਰਗੀ ਬਿਮਾਰੀ ਨੂੰ ਕਵਰ ਕਰਨਾ, ਫਿਰ ਸਾਰੀ ਦੁਨੀਆ ਨੂੰ ਲੀਡ ਕਰਕੇ ਦੱਸਣਾ, ਦੁਨੀਆ ਨੂੰ ਟੀਕਾਕਰਨ ਦੇ ਵਿੱਚ ਮਦਦ ਕਰਨੀ, ਇਹ ਤੋਂ ਵੱਧ ਹੋਰ ਕੀ ਕਰ ਸਕਦੇ। ਮੰਤਰੀ ਸਾਹਿਬ ਤੁਸੀਂ ਕਿਉਂਕਿ ਉਸ ਮੀਟਿੰਗ ਦੇ ਵਿੱਚ ਹੁੰਦੇ ਹੋ, ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜਿੱਥੋਂ ਸਾਰੇ ਫੈਸਲੇ ਹੋਣੇ ਆ, ਬਹੁਤ ਸਾਰੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰ ਕਹਿੰਦੇ ਤੁਸੀਂ ਵਪਾਰ ਤੇ ਨਿਰਯਾਤ ਦਾ ਜ਼ਿਕਰ ਕੀਤਾ ਕਿ ਜੇ ਕਿਤੇ ਇੱਧਰ ਨੂੰ ਮਿਡਲ ਈਸਟ ਨੂੰ ਸੜਕੀ ਰਸਤੇ ਖੁੱਲ੍ਹ ਜਾਏ ਤਾਂ ਪੰਜਾਬ ਵਾਲਿਆਂ ਦੀ ਬੱਲੇ ਬੱਲੇ ਹੋ ਜੇ। ਕੀ ਮਾੜਾ ਮੋਟਾ ਉੱਥੇ ਸਾਡੀ ਸਿਫਾਰਿਸ਼ ਲਾ ਦਿਓ ਜੇ ਪੋਸੀਬਲ ਆ ਤਾਂ। ਦੇਖੋ ਇਹ ਮਸਲਾ ਜਿਹੜਾ ਹੈ ਦੇਸ਼ ਦੀ ਸਿਕਿਉਰਿਟੀ ਦੇ ਨਾਲ ਸੰਬੰਧਿਤ ਹੈ ਜੀ। ਪਾਕਿਸਤਾਨ ਤੁਹਾਨੂੰ ਪਤਾ ਹਥਿਆਰ, ਡਰੋਨ ਰਾਹੀਂ ਹਥਿਆਰ ਵੀ ਤੇ ਸਿੱਟਦਾ, ਡਰੱਗਸ ਵੀ ਤੇ ਸਿੱਟਦਾ। ਜੇ ਰਸਤੇ ਖੋਲ੍ਹ ਲਏ ਫਿਰ ਟ੍ਰੇਨ ਦੇ ਰਾਹੀਂ ਆਉਣ ਲੱਗ ਜਾਏਗਾ ਸਮਾਨ। ਜਦ ਤੱਕ ਮਾਹੌਲ ਠੀਕ ਨਹੀਂ ਹੁੰਦਾ, ਜਦ ਤੱਕ ਵਿਸ਼ਵਾਸ ਨਹੀਂ ਹੁੰਦਾ, ਆਪਣੇ ਦੇਸ਼ ਦੀ ਸਿਕਿਉਰਿਟੀ ਸਭ ਤੋਂ ਜ਼ਰੂਰੀ ਹੈ। ਜੇ ਮਾਹੌਲ ਠੀਕ ਹੋ ਗਿਆ ਫਿਰ ਨੈਚੁਰਲੀ ਕਿਉਂ ਜਿੱਦਾਂ ਮਾਹੌਲ ਠੀਕ ਹੋਏਗਾ ਸਾਰਾ ਕੁਝ ਹੋਏਗਾ। ਠੀਕ ਹੈ ਜੀ, ਜਿਹੜੇ ਏਜੰਡੇ 'ਚ ਹੈਗਾ, ਏਜੰਡਾ ਤਾਂ ਹੈਗਾ ਹੀ ਹੈਗਾ।
ਸਾਰੀ ਦੁਨੀਆ ਇਕੱਠੀ ਹੋ ਰਹੀ ਹੈ ਤਾਂ ਦੁਨੀਆ ਇੱਕ ਹੋ ਰਹੀ ਹੈ। ਪਾਕਿਸਤਾਨ 'ਚ ਜਦ ਤੱਕ ਉਹ ਸਮਝਦੇ ਨਹੀਂ, ਜਦ ਤੱਕ ਉਹਨਾਂ ਨੂੰ ਪਤਾ ਸਾਡੇ ਪੱਲੇ ਕੁਛ ਨਹੀਂ ਹੈ। ਹੁਣ ਤਾਂ ਕਹਿੰਦੇ ਵੀ ਇੰਡੀਆ ਦੀ ਫੋਰਨ ਪਾਲਿਸੀ ਸਭ ਤੋਂ ਵਧੀਆ, ਆਪਾਂ ਪੜ੍ਹਦੇ ਹਾਂ ਨਾ ਜੀ, ਜਿਹੜਾ ਮੂੰਹ 'ਤੇ ਕਹਿ ਦਿੰਦੇ ਨੇ, ਯੂਕਰੇਨ ਵਾਰ 'ਚ ਕਹਿ ਸਕਦੇ ਨੇ ਯੂਰਪ ਨੂੰ ਵੀ ਸਾਨੂੰ ਬਹੁਤੇ ਸਿੱਖਿਆ ਨਾ ਦਿਓ, ਅਸੀਂ ਜੇ ਰਸ਼ੀਆ ਤੋਂ ਤੇਲ ਇੰਪੋਰਟ ਕਰਨਾ ਬੰਦ ਕਰੋ, ਤੁਸੀਂ ਗੈਸ ਇੰਪੋਰਟ ਕਰਨੀ ਬੰਦ ਕਰੋ, ਸਾਨੂੰ ਸਿੱਖਿਆ ਦੇਣੀ ਵਾਲਾ ਆਪਣੇ ਤੇ ਲਾਗੂ ਕਰੋ। ਇਹ ਜ਼ਰੂਰਤ ਨਾਲ ਉਹੀ ਕਹਿ ਸਕਦਾ ਜੇ ਜ਼ਰੂਰਤ ਹੋਵੇ ਜੀ। ਸੋ ਦੇਸ਼ ਦੀ ਵਧੇਗਾ, ਦੇਸ਼ ਖੁੱਲ੍ਹੇਗਾ, ਦੇਸ਼ ਤਰੱਕੀ ਕਰੇਗਾ, ਦੇਸ਼ ਵਿਕਸਿਤ ਹੋਏਗਾ, ਦੇਸ਼ ਵਿਸ਼ਵ ਗੁਰੂ ਬਣੇਗਾ। ਇਹ ਅਸੀਂ ਆਸ ਲੈ ਕੇ ਚੱਲਦੇ ਹਾਂ ਆਤਮ ਨਿਰਭਰ ਭਾਰਤ ਬਣਾਉਣ ਦੀ ਗੱਲ ਜੀ। ਆਖਰੀ ਸਵਾਲ ਮੰਤਰੀ ਸਾਹਿਬ, ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਵੀ ਪੰਜਾਬ ਦੀ ਸਰਕਾਰ ਤੁਹਾਡੇ ਕੋਲ ਜਾਵੇ, ਪੰਜਾਬ ਦਾ ਕੋਈ ਬੰਦਾ ਜਾਵੇ, ਤਾਂ ਤੁਸੀਂ ਐਨ ਨਿੱਘ ਦੇ ਕੇ ਉਹਨਾਂ ਨੂੰ ਤੋਰੋ ਕਿ ਭਾਈ ਅਸੀਂ ਤੁਹਾਡੇ ਨਾਲ ਖੜੇ, ਅਸੀਂ ਕਿਉਂਕਿ ਇੱਕ ਟਰੈਕ ਤੇ ਹੁਣ ਪਹਿਲਾਂ ਵੀ ਇਹ ਜਦੋਂ ਵੀ ਕੋਈ ਆਉਂਦਾ ਹੈ ਅਸੀਂ ਪਿਆਰ ਨਾਲ ਮਿਲਦੇ ਹਾਂ, ਉਹ ਵੀ ਕੋਆਪਰੇਟ ਕਰਦੇ ਆ, ਅਸੀਂ ਗੱਲ ਨਹੀਂ। ਅੱਛਾ, ਇਹ ਕੋਆਪਰੇਟ, ਮੈਨੂੰ ਇਹ ਚੰਗਾ ਲੱਗਾ ਤੁਸੀਂ ਕਿਹਾ ਕਿ ਉਹ ਵੀ ਕੋਆਪਰੇਟ। ਅਸੀਂ ਡਾਟਾ ਜਿਹੜਾ ਪਾਉਂਦੇ ਆ ਜੀ ਗਤੀ ਸ਼ਕਤੀ ਪ੍ਰੋਗਰਾਮ 'ਚ ਜੀ, ਸਾਰੀਆਂ ਸਟੇਟਾਂ ਨੇ ਡਾਟਾ ਉੱਥੇ ਪਾਇਆ। ਸਟੇਟਾਂ ਨੇ ਵੀ, ਸੈਂਟਰਲ ਮਿਨਿਸਟਰੀਆਂ ਨੇ ਵੀ, ਸਟੇਟ ਜਿਹੜੀ ਪਬਲਿਕ ਅੰਡਰਟੇਕਿੰਗ ਨੇ ਵੀ, ਉੱਤੇ ਸਾਰਾ ਡਾਟਾ ਫੀਡ ਹੋ ਰਿਹਾ ਤਾਂ ਕਿ ਆਉਣ ਵਾਲੇ ਸਮੇਂ 'ਚ ਪਲੈਨਿੰਗ ਵਧੀਆ ਹੋ ਸਕੇ ਜੀ। ਸਾਰੇ ਰਲ ਕੇ ਕਰ ਰਹੇ ਆ। ਅਸੀਂ ਜੇ ਸਾਰੀ ਦੁਨੀਆ ਵਿੱਚ, ਸਾਰੇ ਇੰਡੀਆ ਵਿੱਚ ਜਿਹੜੇ ਟ੍ਰੇਡ ਲਈ ਜਾਂ ਇੰਡਸਟਰੀ ਲੱਗਣ ਲਈ ਇੰਡਸਟਰੀਅਲ ਪਾਰਕ ਨੇ, ਉਹ ਸਾਰੇ ਅਸੀਂ ਮੈਪਿੰਗ ਕੀਤੀ ਉਹਨਾਂ ਦੀ TV 'ਤੇ, ਫਿਰ ਉਹਨਾਂ ਦੀ ਅਸੀਂ ਰੇਟਿੰਗ ਕੀਤੀ ਹੈ ਵੀ ਨੰਬਰ 1 ਜਿਹੜਾ ਸਭ ਤੋਂ ਵਧੀਆ ਪਾਰਕ ਆ ਆਇਆ, ਨੰਬਰ 2 ਆ। ਇੱਦਾਂ ਸਟੇਟਾਂ ਨੂੰ ਵੀ ਕੱਢਦੇ ਆ ਇਨਵੈਸਟਮੈਂਟ ਲਈ, ਕਿਹੜੀ ਸਟੇਟ ਅੱਗੇ, ਕਿਹੜੀ ਸਟੇਟ ਪਿੱਛੇ ਆ, ਕੰਪੀਟ ਕਰਦੇ ਨੇ ਸਟੇਟਾਂ 'ਚ, ਨੰਬਰਿੰਗ ਕਰਦੇ ਅਸੀਂ, ਸਾਰੇ ਪਾਰਟੀਸਪੇਟ ਕਰਦੇ ਨੇ। ਠੀਕ ਹੈ ਜੀ। ਮੰਤਰੀ ਸਾਹਿਬ, ਆਖਰੀ ਸਵਾਲ, ਇੱਕ ਬਹੁਤ ਵੱਡੀ ਪੱਧਰ ਦੇ ਉੱਤੇ ਦੋਸ਼ ਲੱਗਦਾ, ਵਿਰੋਧੀ ਪਾਰਟੀਆਂ ਵਾਰ-ਵਾਰ ਕਹਿੰਦੀਆਂ ਕਿ ਜੀ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਉੱਪਰ ਨੂੰ ਜਾ ਰਹੀ ਆ, ਘੱਟ ਗਿਣਤੀਆਂ ਨੂੰ ਖਤਰਾ ਪੰਜਾਬ ਦੇ ਵਿੱਚ, ਕਿਉਂਕਿ ਘੱਟ ਗਿਣਤੀ ਲੋਕ ਵਸਦੇ ਨੇ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਜਾਣੀ ਕਿ ਤੁਸੀਂ ਅੰਦਰ ਬਹਿੰਦੇ ਹੋ ਬੈਠਕਾਂ ਦੇ ਵਿੱਚ, ਕਿਉਂਕਿ ਜਦੋਂ ਲਗਾਤਾਰ ਪ੍ਰਚਾਰ ਹੋਊਗਾ ਨਾ, ਆਮ ਲੋਕਾਂ ਦੇ ਮਨ ਦੇ ਵਿੱਚ ਗੰਢ ਨਾ ਕਿਤੇ ਵੱਜੇ, ਮੈਂ ਤਾਂ ਸਵਾਲ ਪੁੱਛਿਆ। ਦੇਖੋ, ਘੱਟ ਗਿਣਤੀਆਂ ਨੂੰ ਕਿਉਂ ਖਤਰਾ ਜੀ? ਜੇ ਖਤਰਾ ਹੋਵੇ ਤਾਂ 303 ਸੀਟਾਂ ਨਾ ਸਾਡੀਆਂ ਆਉਂਦੀਆਂ। ਠੀਕ ਹੈ ਜੀ। ਅਸੀਂ ਅੱਗੇ 350 ਲੈਣੀਆਂ, ਮਤਲਬ 400 ਸੀਟਾਂ ਆਉਣੀਆਂ। ਅੱਛਾ, 400 ਤੱਕ ਮੰਨ ਕੇ ਚੱਲਦੇ ਹੋ? ਘੱਟ ਗਿਣਤੀਆਂ ਨੇ ਜਿਤਾਉਣਾ ਹੈ। ਠੀਕ ਹੈ ਜੀ। ਘੱਟ ਗਿਣਤੀਆਂ ਤੇ ਬਹੁਤ ਗਿਣਤੀ ਸਾਰੀ, ਸਾਡੇ ਕੋਈ ਐਸਾ ਮੰਚ ਨਹੀਂ ਹੈ। ਠੀਕ ਹੈ, ਸਾਰੇ ਠੀਕ ਹੈ, ਸਾਰੇ ਵਧਣ ਫੁੱਲਣ, ਇਹਦਾ ਅਸੀਂ ਲੈ ਕੇ ਚੱਲਦੇ ਹਾਂ ਜੀ। ਠੀਕ ਹੈ ਜੀ। ਮੰਤਰੀ ਸਾਹਿਬ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਇੰਡਸਟਰੀ ਆਵੇ ਪੰਜਾਬ ਦੇ ਵਿੱਚ ਜੀ, ਤੇ ਤੁਸੀਂ ਵੀ ਕੋਸ਼ਿਸ਼ ਚਲੋ, ਸਾਰਿਆਂ ਦੀ ਕੋਸ਼ਿਸ਼ ਹੋਣੀ ਚਾਹੀਦੀ, ਰਲ ਕੇ ਇੱਕ ਮਾਹੌਲ ਦੇ ਸਾਰੀ ਆਪਾਂ ਜੀ, ਔਰ ਮਾਹੌਲ ਪੰਜਾਬ ਦਾ ਵਧੀਆ ਹੋਵੇ, ਨਸ਼ਾ ਇੱਥੇ ਖਤਮ ਹੋਵੇ, ਇੰਡਸਟਰੀ ਲਈ ਮਾਹੌਲ ਵਧੀਆ ਹੋਵੇ, ਐਜੂਕੇਸ਼ਨਾਂ ਘੱਟ ਹੋਣ, ਪੰਜਾਬ ਤਰੱਕੀ ਕਰੇ, ਖੁਸ਼ਹਾਲ ਹੋਵੇ ਜੀ। ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ। ਸੋ ਸਾਡੇ ਨਾਲ ਇਸ ਵੇਲੇ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਆਫ ਸਟੇਟ ਸੋਮ ਪ੍ਰਕਾਸ਼ ਜੀ ਜੁੜੇ ਸੀ। ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ, ਕੇਂਦਰ ਸਰਕਾਰ ਦੇ ਵਿੱਚ ਉਹ ਪੰਜਾਬ ਦੇ ਪ੍ਰਤੀਨਿਧੀ ਨੇ, ਤੇ ਸਭ ਤੋਂ ਵੱਡੀ ਗੱਲ ਕਿ ਇੰਡਸਟਰੀ ਡਿਪਾਰਟਮੈਂਟ ਉਹਨਾਂ ਦੇ ਕੋਲ। ਅਸੀਂ ਸੂਬਾ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ, ਉਹ ਕਹਿੰਦੇ ਆ ਕਿ ਅਸੀਂ ਤਾਂ ਸਾਥ ਦਿੰਦੇ ਹਾਂ ਤੇ ਸੂਬਾ ਸਰਕਾਰ ਵੀ ਸਾਥ ਦਿੰਦੀ ਆ, ਵੱਧ ਤੋਂ ਵੱਧ ਯੋਜਨਾਵਾਂ ਲੈ ਕੇ ਜਾਓ, ਕੋਈ ਵੀ ਇੰਡਸਟਰੀ ਦੇ ਨਾਲ ਸੰਬੰਧਿਤ ਹੈਗੀ ਹੈ, ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਮਾਹੌਲ ਜਿਹੜਾ ਉਹ ਸੁਖਾਵਾਂ ਤਿਆਰ ਹੋ ਜਾਵੇ, ਕਿਉਂਕਿ ਕਿਸਾਨ ਵੀ, ਵਪਾਰੀ ਵੀ, ਮਜ਼ਦੂਰ ਵੀ ਸਾਰੇ ਚਾਹੁੰਦੇ ਆ ਕਿ ਇੱਥੇ ਰੁਜ਼ਗਾਰ ਵਧੇ। ਦਿੱਕਤ ਕਿੱਥੇ ਹੈ, ਕਮਜ਼ੋਰੀ ਕਿੱਥੇ ਹੈ, ਉਹ ਦੂਰ ਹੋ ਜਾਵੇ ਤਾਂ ਵਧੀਆ, ਕਿਉਂਕਿ ਪੰਜਾਬ ਖੁਸ਼ਹਾਲ ਹੋਵੇ, ਗੈਂਗਸਟਰਾਂ ਤੋਂ ਮੁਕਤ ਹੋਵੇ, ਉਹ ਚੀਜ਼ ਦੀ ਬਹੁਤ ਵੱਡੀ ਲੋੜ ਹੈ। ਤੁਸੀਂ ਸਹੀ ਭਾਸ਼ਾ ਦੇ ਵਿੱਚ, ਚੰਗੀ ਭਾਸ਼ਾ ਦੇ ਵਿੱਚ ਆਪਣੀਆਂ ਟਿੱਪਣੀਆਂ ਜਿਹੜੀਆਂ ਉਹ ਜ਼ਰੂਰ ਲਿਖ ਸਕਦੇ ਹੋ। ਕੋਈ ਸਵਾਲ ਹੈਗਾ ਉਹ ਵੀ ਲਿਖ ਸਕਦੇ, ਆਪਾਂ ਅਗਲੀ ਵਾਰੀ ਫਿਰ ਗੱਲਬਾਤ ਕਰ ਲਾਂਗੇ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।